हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਇੱਕ ਚੀਜ਼ ਮੈਂ ਦੱਸ ਦੇਵਾਂ ਕਿ ਮੈਂ ਕਲਾਸਾਂ ਦਾ ਸ਼ਡਿਊਲ ਜਿਹੜਾ ਬਣਾਇਆ ਹੋਇਆ ਵਾ, ਜਿਹੜਾ ਕਿ ਮੈਂ YouTube ਤੇ ਵੀ ਅਪਲੋਡ ਕੀਤਾ ਤੇ ਮੈਂ ਟੈਲੀਗ੍ਰਾਮ ਤੇ ਵੀ ਪਾਇਆ ਆ। ਉਹ ਤੁਸੀਂ ਸਾਰਿਆਂ ਨੇ ਇੱਕ ਵਾਰੀ ਚੈੱਕ ਕਰ ਲੈਣਾ। ਉਹਦੇ ਅਕੋਰਡਿੰਗ ਹੀ ਆਪਣੀਆਂ ਕਲਾਸਾਂ ਹੋਇਆ ਕਰਨਗੀਆਂ। ਦਿਨ ਦੇ ਵਿੱਚ 2 ਕਲਾਸਾਂ ਮੈਂ ਅਪਲੋਡ ਕਰਦੀ ਹੁੰਦੀ ਆ, ਠੀਕ ਆ। ਤੇ ਆਪਾਂ 8th ਕਲਾਸ ਦੀ ਜਿਓਗ੍ਰਾਫੀ ਕਰਦੇ ਪਏ ਆ, ਦੋਨੋਂ ਹੀ ਬੁੱਕਸ ਤੋਂ, ਪੰਜਾਬ ਬੋਰਡ ਤੋਂ ਵੀ ਤੇ NCERT ਤੋਂ ਵੀ ਪੂਰਾ ਐਨਾਲਿਸਿਸ ਕਰਕੇ। ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ, ਠੀਕ ਆ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ NCERT ਦੀ ਇਹ ਬੁੱਕ ਆ ਬਿਲਕੁਲ ਛੋਟੀ ਜੀ ਆ, ਇਹਨਾਂ ਨੇ ਇੰਨੀ ਛੋਟੀ ਬੁੱਕ ਪਤਾ ਕਿਉਂ ਬਣਾਈ? ਕਰੋਨਾ ਦੇ ਵਿੱਚ ਇਹਨਾਂ ਨੇ ਕਾਫੀ ਸਿਲੇਬਸ ਘੱਟ ਕਰਤਾ ਸੀ। ਹੁਣ ਵੇਖੋ, ਜਿਹੜਾ ਆਫਤ ਪ੍ਰਬੰਧਨ ਵਾਲਾ ਚੈਪਟਰ ਆ ਸਾਡੀ ਪੰਜਾਬ ਬੋਰਡ ਦੀ ਬੁੱਕ ਤੇ ਉਹਨਾਂ ਨੇ ਪੂਰਾ ਦਾ ਪੂਰਾ ਦਿੱਤਾ, ਪੂਰਾ ਬਰੀਕੀ ਦੇ ਨਾਲ। ਪਰ ਜਿਹੜਾ ਆਫਤ ਪ੍ਰਬੰਧਨ ਵਾਲਾ ਟੌਪਿਕ, ਆਫਤ ਪ੍ਰਬੰਧਨ ਵਾਲਾ ਜਿਹੜਾ ਚੈਪਟਰ ਆ, ਉਹਦੇ ਵਿੱਚੋਂ ਕੁਝ ਟੌਪਿਕ ਇਹਨਾਂ ਨੇ ਪਹਿਲੇ ਚੈਪਟਰਾਂ ਦੇ ਵਿੱਚ ਹੀ ਐਡ ਕਰ ਦਿੱਤੇ, ਜਿਹਦੇ ਵਿੱਚੋਂ ਭੂਮੀ ਦਾ ਖਿਸਕਣਾ, ਠੀਕ ਹੈ। ਭੂਮੀ ਦਾ ਖਿਸਕਣਾ ਮੈਂ ਤੁਹਾਨੂੰ ਕਰਵਾ ਚੁੱਕੀ ਆ। ਇਹ ਆਪਾਂ NCERT ਦੇ ਵਿੱਚ ਕੀਤਾ ਬਹੁਤ ਚੰਗੀ ਤਰ੍ਹਾਂ। ਐਸੇ ਹੀ ਕਲਾਸ ਇਹੋ ਹੀ ਜਿਹੜੀ ਆਪਣੀ ਜਿਓਗ੍ਰਾਫੀ 8th ਕਲਾਸ ਦੀ ਚੱਲਦੀ ਪਈ ਆ, ਨਾਲ ਦੀ ਨਾਲ ਪਲੇਲਿਸਟ ਬਣਦੀ ਜਾਂਦੀ ਆ, ਠੀਕ ਆ। ਇਹਨਾਂ ਨੇ ਸਿਰਫ ਆਪਾਂ ਦਿੱਤਾ ਸੀ ਭੂਮੀ ਦਾ ਖਿਸਕਣਾ, ਜਾਂ ਚੱਕਰਵਾਤ ਤੇ ਜਾਂ ਜਵਾਲਾਮੁਖੀ ਤੇ ਜਾਂ ਭੂਚਾਲ, ਬਸ ਇਹਨਾਂ ਨੇ ਇੰਨੀਆਂ ਕੁ ਚੀਜ਼ਾਂ ਆਪਾਂ ਨੂੰ ਦੇਤੀਆਂ ਬਸ। ਕਿਉਂਕਿ ਇਹਨਾਂ ਨੇ ਜਿਹੜੀ ਆ ਬੁੱਕ ਆ ਨਾ, ਮੇਰੇ ਕੋਲ ਬੁੱਕ ਸੀ ਨਵੀਂ, ਜਿਹੜੀ ਕਿ ਇਹਨਾਂ ਨੇ COVID-19 ਚ ਸਿਲੇਬਸ ਘੱਟ ਕਰਤਾ NCERT ਵਾਲਿਆਂ ਨੇ, ਠੀਕ ਆ। ਪਰ ਆਫਤ ਪ੍ਰਬੰਧਨ ਟੌਪਿਕ ਕੋਈ ਮਾੜਾ ਮੋਟਾ ਟੌਪਿਕ ਨਹੀਂ ਆ, ਨਾ ਹੀ ਕੋਈ ਛੋਟਾ ਮੋਟਾ ਟੌਪਿਕ ਆ, ਕਾਫੀ ਲੈਂਥੀ ਟੌਪਿਕ ਆ ਤੇ ਹੈਗਾ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜਦੋਂ ਅਸੀਂ ਆਫਤ ਪ੍ਰਬੰਧਨ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਕੁਐਸਚਨ ਬਣ ਜਾਂਦੇ ਆ, ਠੀਕ ਆ। ਆਫਤ ਪ੍ਰਬੰਧਨ ਜਿਹੜਾ ਟੌਪਿਕ ਆ, ਆਫਤ ਮਤਲਬ, ਆਫਤ ਪ੍ਰਬੰਧਨ ਸ਼ਬਦ ਮਤਲਬ ਕੀ ਆ, ਕੀ ਕਹਿ ਰਹੇ ਆ ਸਾਨੂੰ? ਮਤਲਬ ਕਿ ਕੋਈ ਵੀ ਆਫਤ ਆਉਂਦੀ ਆ, ਕੋਈ ਵੀ ਆਫਤ ਆਉਂਦੀ ਆ ਤੇ ਉਹ ਆਫਤ ਦਾ ਪ੍ਰਬੰਧਨ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਜਦੋਂ ਆਫਤ ਪ੍ਰਬੰਧਨ, ਜਦੋਂ ਸਾਨੂੰ ਪੜਾਉਣਗੇ ਵੀ ਪ੍ਰਬੰਧਨ ਕਿੱਦਾਂ ਕਰਨਾ ਆਫਤਾਂ ਦਾ, ਤੇ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਆਫਤਾਂ ਕੀ ਨੇ, ਇਹ ਕਿਹੜੀਆਂ ਨੇ। ਸੋ ਇਸੇ ਹੀ ਮੋਟਿਵ ਦੇ ਨਾਲ ਉਹਨਾਂ ਨੇ ਸਾਨੂੰ ਪਹਿਲਾਂ ਆਫਤਾਂ ਦਿੱਤੀਆਂ। ਕਹਿੰਦੇ ਕੁਦਰਤੀ ਆਫਤਾਂ, ਠੀਕ ਆ। ਜਿਹੜੀਆਂ ਕੁਦਰਤੀ ਆਫਤਾਂ ਵਾ, ਉਹਦੇ ਵਿੱਚ 2 ਤਰ੍ਹਾਂ ਦੀਆਂ ਆਫਤਾਂ, ਇੱਕ ਕੁਦਰਤੀ ਆਫਤਾਂ, ਇੱਕ ਮਨੁੱਖੀ ਆਫਤਾਂ, ਮਤਲਬ ਜਿਹੜੀਆਂ ਮਨੁੱਖਾਂ ਦੁਆਰਾ ਪੈਦਾ ਹੋ ਸਕਦੀਆਂ, ਤੇ ਇੱਕ ਜਿਹੜੀਆਂ ਕੁਦਰਤ ਵੱਲੋਂ ਆਫਤਾਂ ਸਾਨੂੰ ਜਿਹੜੀਆਂ ਵਾ ਸਹਿਣੀਆਂ ਪੈ ਸਕਦੀਆਂ। ਭੂਚਾਲ ਕੁਦਰਤੀ ਆਫਤ ਦੇ ਅੰਡਰ ਆਉਂਦਾ ਵਾ, ਯਾਦ ਰੱਖਦੀ ਜਾਇਓ। ਜਵਾਲਾਮੁਖੀ ਕਿਰਿਆ ਕੁਦਰਤੀ ਆਫਤ ਆ। ਸੁਨਾਮੀ, ਹੜ੍ਹ, ਠੀਕ ਆ, ਕੁਦਰਤੀ ਆਫਤ ਆ, ਠੀਕ ਹੈ। ਚੱਕਰਵਾਤ, ਠੀਕ ਹੈ, ਕੁਦਰਤੀ ਆਫਤ ਆ। ਭੂਮੀ ਦਾ ਖਿਸਕਣਾ, ਇਹ ਵੀ ਮੈਂ ਭੂਸਖਲਨ ਕਰਵਾਇਆ ਸੀ ਨਾ CTET ਦੇ ਟਾਈਮ ਪੀਰੀਅਡ, ਯਾਦ ਕਰੋ ਮੈਂ ਤੁਹਾਨੂੰ ਭੂਸਖਲਨ ਕਰਵਾਇਆ ਸੀ ਨਾ, ਸਿਰਫ CTET ਦਾ ਪੇਪਰ ਹੋਣ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਕਰਵਾਈ ਸੀ CTET ਦੀ ਤਿਆਰੀ। ਭੂਸਖਲਨ ਉਹ ਹਿੰਦੀ ਦਾ ਸ਼ਬਦ ਆ, ਪਰ ਆਪਾਂ ਭੂਸਖਲਨ ਆਪਾਂ ਪੰਜਾਬੀ ਚ ਕੀ ਕਹਿੰਦੇ ਆ? ਭੂਮੀ ਦਾ ਖਿਸਕਣਾ, ਠੀਕ ਆ। ਬਰਫ਼ ਦੇ ਤੋਂਦਿਆਂ ਦਾ ਖਿਸਕਣਾ। ਤੋਂਦੇ ਕੀ ਹੁੰਦੇ ਆ? ਅੱਛਾ, ਜਿਹੜੇ ਗਲੇਸ਼ੀਅਰ ਹੁੰਦੇ, ਗਲੇਸ਼ੀਅਰ ਕੀ ਹੁੰਦੇ ਆ? ਗਲੇਸ਼ੀਅਰਾਂ ਤੋਂ ਖੁਰ ਕੇ ਅੱਗੇ ਝੀਲਾਂ ਨਹੀਂ ਬਣਦੀਆਂ ਪਾਣੀ ਦੀਆਂ, ਠੀਕ ਹੈ। ਬਰਫ਼ ਦੇ ਤੋਂਦਿਆਂ ਦਾ ਖਿਸਕਣਾ। ਸੋਕਾ, ਕਦੀ ਸੋਕਾ ਕਦੀ ਹੜ੍ਹ ਆ ਜਾਣੇ, ਠੀਕ ਹੈ। 1 2 3 4 5 6 7 8 ਇਹ ਜਿਹੜੀਆਂ 8 ਤਰ੍ਹਾਂ ਦੀਆਂ ਆਫਤਾਂ ਵਾ ਸਾਨੂੰ ਦਿੱਤੀਆਂ, ਇਹ ਕੁਦਰਤੀ ਆਫਤਾਂ ਨੇ। ਉਸ ਤੋਂ ਬਾਅਦ ਅਸੀਂ ਜਾਂਦੇ ਹਾਂ ਮਨੁੱਖੀ ਆਫਤਾਂ ਤੇ। ਬੰਬ ਧਮਾਕੇ ਹੋ ਜਾਣੇ, ਦਹਿਸ਼ਤਵਾਦ ਫੈਲ ਜਾਣਾ। ਹੁਣ ਵੇਖੋ, ਦਹਿਸ਼ਤਵਾਦ ਦੀ ਮੈਂ ਇੱਕ ਐਗਜ਼ਾਮਪਲ ਦਵਾਂ ਪ੍ਰੈਕਟੀਕਲੀ ਤੁਹਾਨੂੰ। COVID-19 ਕਰੋਨਾ ਆਇਆ ਸੀ ਤੇ ਬਹੁਤ ਜ਼ਿਆਦਾ ਦਹਿਸ਼ਤ ਜ਼ਿਆਦਾ ਫੈਲਾਤੀ ਹੀ ਹੈ, ਕੁਛ ਵੀ ਨਹੀਂ ਸੀ। ਮੈਂ ਤਾਂ ਇਹ ਮੰਨਦੀ ਆ ਵੀ ਦਹਿਸ਼ਤ ਜ਼ਿਆਦਾ ਫੈਲਾਤੀ ਸੀ। ਕਿੰਨਾ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ, ਪ੍ਰਾਈਵੇਟ ਸੈਕਟਰ ਤੇ ਵੀ, ਗਵਰਨਮੈਂਟ ਸੈਕਟਰ ਤੇ ਵੀ, ਸਾਰਾ ਹਨਾ। ਦਹਿਸ਼ਤ ਜ਼ਿਆਦਾ ਫੈਲਾਤੀ ਸੀ ਇਹਨਾਂ ਨੇ, ਹੋਰ ਕੁਛ ਵੀ ਨਹੀਂ ਸੀ। ਯੁੱਧ, ਠੀਕ ਹੈ, ਲੜਾਈਆਂ ਝਗੜੇ, ਹਨਾ। ਜ਼ਹਿਰੀਲੇ ਪਦਾਰਥਾਂ ਦਾ ਖਿਸਕਣਾ। ਯਾਦ ਕਰੋ, ਮੈਂ ਤੁਹਾਨੂੰ 7ਵੀਂ ਕਲਾਸ ਦੀ NCERT ਦੀ ਪੋਲਿਟੀ ਕਰਵਾ ਰਹੀ ਹਾਂ, ਜਿਹਦੇ ਵਿੱਚ ਆਪਾਂ ਭੂਪਾਲ ਗੈਸ ਤਰਾਸਦੀ ਵਾਲਾ ਟੌਪਿਕ ਕਰਨਾ। ਉਹ ਇੱਥੇ ਲਾਗੂ ਹੁੰਦਾ, ਭੂਪਾਲ ਗੈਸ ਤਰਾਸਦੀ, ਕਿ ਕੋਈ ਫੈਕਟਰੀ ਆ, ਕੋਈ ਕੰਪਨੀ ਆ, ਹਨਾ, ਤੇ ਉੱਥੋਂ ਦੀ ਕੋਈ ਜ਼ਹਿਰੀਲੀ ਗੈਸ, ਕੋਈ ਮਸ਼ੀਨਾਂ ਦੀ ਗੜਬੜੀ ਦੇ ਕਾਰਨ ਜ਼ਹਿਰੀਲੀ ਗੈਸ ਫੈਲ ਗਈ। ਉਹ ਭੋਪਾਲ ਗੈਸ ਤਰਾਸਦੀ ਵਾਲਾ ਜਦੋਂ ਮੈਂ ਤੁਹਾਨੂੰ ਕਰਵਾਉਂਗੀ ਟੌਪਿਕ ਪੋਲੀਟੀਕਲ ਦਾ, ਠੀਕ ਆ। ਤੇ ਕੱਲ ਹੀ ਸ਼ਾਇਦ ਕਰਨਾ ਆਪਾਂ, ਉਹਦੇ ਵਿੱਚ ਤੁਹਾਨੂੰ ਸਾਰਾ ਇਹ ਕਲੀਅਰ ਹੋ ਜਾਊਗਾ। ਬੰਨ ਟੁੱਟ ਜਾਣੇ,
ਹੁਣ ਹੜ ਆਉਣਾ ਤੇ ਕੁਦਰਤੀ ਗੱਲ ਆ ਵੀ ਹੜ ਆ ਸਕਦੇ, ਪਰ ਜਿਹੜੇ ਬੰਨ ਆ ਉਹ ਤੇ ਮਨੁੱਖ ਨੇ ਬਣਾਉਣੇ ਆ ਨਾ, ਕੁਦਰਤ ਨੇ ਤੇ ਸਾਨੂੰ ਬੰਨ ਨਹੀਂ ਬਣਾ ਕੇ ਦੇਣੇ। ਸੋ ਇਹ ਵੀ ਮਨੁੱਖੀ ਆਫਤਾਂ ਦੇ ਅੰਡਰ ਆਉਂਦਾ। ਪ੍ਰਦੂਸ਼ਣ ਮਨੁੱਖ ਫੈਲਾਉਂਦਾ ਵਾ, ਕਿੰਨੀ ਪਰਾਲੀ ਸਾੜੀ ਜਾਂਦੀ ਆ ਹਨਾ, ਪ੍ਰਦੂਸ਼ਣ ਜਿਹੜਾ ਵਾ ਇਹ ਮਨੁੱਖ ਹੀ ਫੈਲਾਉਂਦਾ, ਇਹ ਮਨੁੱਖੀ ਆਫਤਾਂ ਦੇ ਅੰਡਰ ਆਉਂਦਾ। ਉਦਯੋਗਿਕ ਘਟਨਾਵਾਂ ਮਤਲਬ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ, ਜਿਵੇਂ ਆ ਮੇਰੇ ਕੱਪੜੇ ਆ, ਕੋਈ ਵੀ ਆਪਣੇ ਘਰ ਦੇ ਵਿੱਚ ਚੀਜ਼ ਆਉਂਦੀ, ਜੋ ਵੀ ਆ, ਤੇਲ ਆ, ਨਮਕ ਆ, ਕਿੰਨਾ ਕੁਝ ਆ, ਇਹ ਸਾਰਾ ਪਤਾ ਨਹੀਂ ਕਿੰਨੇ ਉਦਯੋਗਾਂ ਦੇ ਰਾਹੀਂ ਹੋ ਕੇ ਸਾਡੇ ਕੋਲ ਪਹੁੰਚਦਾ, ਕਿਉਂਕਿ ਇਹ ਪਹਿਲਾਂ ਕੱਚੇ ਮਾਲ ਦੇ ਰੂਪ ਵਿੱਚ ਹੁੰਦਾ। ਜਦੋਂ ਇਸ ਤੋਂ ਬਾਅਦ ਜਿਹੜਾ ਆਪਣਾ ਚੈਪਟਰ ਉਹ ਉਦਯੋਗਾਂ ਵਾਲਾ ਹੀ ਹੋਊਗਾ, ਠੀਕ ਆ। ਸੋ ਇਹ ਜਿਹੜੀਆਂ ਵਾ ਨਾ 1 2 3 4 5 6 7 ਤੇ 8 ਮਹਾਮਾਰੀ, 8 ਤਰ੍ਹਾਂ ਦੀਆਂ ਆਫਤਾਂ ਕੁਦਰਤੀ ਆ ਤੇ 8 ਤਰ੍ਹਾਂ ਦੀਆਂ ਹੀ ਮਨੁੱਖੀ ਆ। ਟੋਟਲ ਕੁੱਲ ਮਿਲਾ ਕੇ 16 ਆਫਤਾਂ ਸਾਡੇ ਸਾਹਮਣੇ ਆ ਤੇ ਅੱਜ ਆਪਾਂ ਕੁਦਰਤੀ ਆਫਤਾਂ ਬਾਰੇ ਪੜ੍ਹਦੇ ਆ। ਤੇ ਆਪਣਾ ਪਹਿਲਾ ਟੌਪਿਕ ਹੈਗਾ ਵਾ ਭੂਚਾਲ। ਭੂਚਾਲ ਕਿਉਂ ਆਉਂਦੇ ਆ, ਕਿਹੜੇ ਕਿਹੜੇ ਪੈਮਾਨੇ ਆ, ਠੀਕ ਹੈ, ਇਹਨੂੰ ਮਾਪਣ ਦੇ, ਤੇ ਆਪਾਂ ਚੱਲਦੇ ਆ ਭੂਚਾਲ ਤੇ, ਠੀਕ ਹੈ। ਠੀਕ ਹੈ, ਭੂਚਾਲ ਸਭ ਤੋਂ ਪਹਿਲਾਂ ਕੁਦਰਤੀ ਆਫਤਾਂ ਦੇ ਵਿੱਚ ਸਾਡਾ ਪਹਿਲਾ ਹੈਗਾ ਵਾ ਭੂਚਾਲ। ਭੂਚਾਲ ਕੀ ਆ, ਠੀਕ ਹੈ, ਧਰਤੀ ਦੇ ਹਿੱਲਣ ਨੂੰ ਹੀ ਭੂਚਾਲ ਦਾ ਨਾਮ ਦਿੱਤਾ ਗਿਆ, ਠੀਕ ਹੈ। ਹੁਣ ਧਰਤੀ ਕਿਉਂ ਹਿੱਲਦੀ ਆ, ਧਰਤੀ ਦੇ ਅੰਦਰ ਕੋਈ ਵੀ ਟੈਕਟੋਨਿਕ ਜਿਹੜੀਆਂ ਪਲੇਟਾਂ ਵਾ ਉਹ ਆਪਸ ਦੇ ਵਿੱਚ ਹਿਲਦੀਆਂ, ਉਹਨਾਂ ਦੀ ਜਿਹੜੀ ਅਦਲਾ ਬਦਲੀ ਹੁੰਦੀ ਆ ਪਲੇਟਾਂ ਦੀ, ਧਰਤੀ ਦੇ ਅੰਦਰ ਟੈਕਟੋਨਿਕ ਪਲੇਟਾਂ ਦੀ ਹਿਲਜੁਲ ਜਦੋਂ ਹੁੰਦੀ ਆ ਤੇ ਉਹਦੇ ਨਾਲ ਧਰਤੀ ਹਿਲਦੀ ਆ, ਤੇ ਉਸੇ ਨੂੰ ਹੀ ਅਸੀਂ ਭੂਚਾਲ ਦਾ ਨਾਮ ਦਿੰਨੇ ਆ। ਪੈਮਾਨੇ ਸਾਨੂੰ ਬਹੁਤ ਪੁੱਛੇ ਜਾਂਦੇ ਭੂਚਾਲ ਦੇ, ਯਾਦ ਰੱਖਿਓ ਜਿਹੜਾ ਰਿਕਟਰ ਪੈਮਾਨਾ ਵਾ ਇਹ ਭੂਚਾਲ ਦੀ ਤੀਬਰਤਾ ਨੂੰ ਮਾਪਦਾ, ਮਤਲਬ ਕਿੰਨੀ ਕੁ ਤੀਬਰਤਾ ਦੇ ਨਾਲ ਭੂਚਾਲ ਆਇਆ। ਉਸ ਤੋਂ ਬਾਅਦ ਮਰਕਲੀ ਪੈਮਾਨਾ, ਮਰਕਲੀ ਪੈਮਾਨਾ ਜਿਹੜਾ ਵਾ ਇਹ ਤਬਾਹੀ ਜਾਂ ਨੁਕਸਾਨ ਨੂੰ ਜਾਂਚਦਾ, ਮਤਲਬ ਕਿ ਭੂਚਾਲ ਤੋਂ ਕਿੰਨਾ ਕੁ ਨੁਕਸਾਨ ਹੋਇਆ, ਭੂਚਾਲ ਤੋਂ ਕਿੰਨੀ ਕੁ ਜ਼ਿਆਦਾ ਤਬਾਹੀ ਹੋਈ, ਇਹ ਉਸ ਚੀਜ਼ ਨੂੰ ਮਾਪਦਾ। ਇਹ ਦੋਨੋਂ ਪੈਮਾਨਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ। ਹੁਣ ਇੱਕ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿੱਥੋਂ ਭੂਚਾਲ ਉੱਠਿਆ, ਆਹ ਸਾਡੀ ਧਰਤੀ ਦਾ ਅੰਦਰੂਨੀ ਹਿੱਸਾ, ਇੱਥੋਂ ਭੂਚਾਲ ਉੱਠ ਖੜਾ ਆ, ਯਾਨੀ ਕਿ ਧਰਤੀ ਦੇ ਅੰਦਰ ਟੈਕਟੋਨਿਕ ਪਲੇਟਾਂ ਹਿੱਲੀਆਂ, ਕੋਈ ਹਿਲਜੁਲ ਹੋਈ ਤੇ ਇੱਥੋਂ ਭੂਚਾਲ ਉੱਠ ਖੜਿਆ। ਧਰਤੀ ਦੇ ਅੰਦਰ ਜਿੱਥੋਂ ਭੂਚਾਲ ਉੱਠਿਆ ਉਹਨੂੰ ਅਸੀਂ ਉਦਗਮ ਕੇਂਦਰ ਕਹਿੰਦੇ ਆ, ਜਾਂ ਇੰਗਲਿਸ਼ ਦੇ ਵਿੱਚ ਤੁਸੀਂ ਸਿਸਮਿਕ ਫੋਕਸ ਇਹਨੂੰ ਤੁਸੀਂ ਕਹਿ ਸਕਦੇ ਹੋ, ਸਿਸਮਿਕ ਫੋਕਸ ਤੁਸੀਂ ਇਹਨੂੰ ਕਹਿ ਸਕਦੇ ਹੋ। ਪੰਜਾਬੀ ਦੇ ਵਿੱਚ ਸੌਖਾ ਲੱਗਦਾ ਪੰਜਾਬੀ 'ਚ ਯਾਦ ਰੱਖ ਲਓ, ਇੰਗਲਿਸ਼ 'ਚ ਸੌਖਾ ਲੱਗਦਾ ਇੰਗਲਿਸ਼ 'ਚ ਯਾਦ ਰੱਖ ਲਓ। ਉਦਗਮ ਕੇਂਦਰ ਸਿਸਮਿਕ ਫੋਕਸ ਜਿੱਥੋਂ ਭੂਚਾਲ ਉੱਠਿਆ। ਹੁਣ ਦੇਖੋ ਇੱਥੋਂ ਭੂਚਾਲ ਉੱਠ ਕੇ ਭੂਚਾਲ ਸਿੱਧਾ ਧਰਤੀ ਦੀ ਸਤ੍ਹਾ ਤੇ ਆ ਗਿਆ। ਧਰਤੀ ਦੀ ਸਤ੍ਹਾ ਤੇ ਜਦੋਂ ਆ ਗਿਆ ਉਹਨੂੰ ਅਸੀਂ ਕੀ ਕਹਿ ਦਿੰਨੇ ਆ, ਐਪੀ ਸੈਂਟਰ ਜਾਂ ਅਧਿ ਕੇਂਦਰ। ਧਰਾਤਲ ਤੇ ਆ ਜਾਣ ਨੂੰ, ਭੂਚਾਲ ਜਦੋਂ ਧਰਤੀ ਤੇ ਆ ਜਾਂਦਾ, ਧਰਾਤਲ ਤੇ ਆ ਜਾਂਦਾ ਵਾ, ਉਹਨੂੰ ਅਸੀਂ ਐਪੀ ਸੈਂਟਰ ਜਾਂ ਅਧਿ ਕੇਂਦਰ ਕਹਿੰਦੇ ਆ। ਇਹ ਸਾਰੇ ਪੁਆਇੰਟ ਮੋਸਟ ਇੰਪੋਰਟੈਂਟ ਆ, ਜਰੂਰ ਤੁਸੀਂ ਯਾਦ ਰੱਖਣੇ, ਠੀਕ ਆ। ਉਸ ਤੋਂ ਬਾਅਦ ਕਹਿੰਦੇ ਆ ਇਸ ਅਧਿ ਕੇਂਦਰ ਦੇ ਆਸ-ਪਾਸ ਦੇ ਇਲਾਕੇ ਨੂੰ ਮਾਪਣ ਲਈ ਭੂਚਾਲ ਮਾਪੀ ਜੰਤਰ। ਅੱਛਾ, ਆਸ-ਪਾਸ ਦਾ ਇਲਾਕਾ, ਇੱਧਰ ਦੇਖੋ, ਇੱਥੋਂ ਭੂਚਾਲ ਉੱਠਿਆ, ਜਿੱਥੋਂ ਉੱਠਿਆ ਉਹ ਤਾਂ ਹੋ ਗਿਆ ਉਦਗਮ ਕੇਂਦਰ ਦਾ ਸਿਸਮਿਕ ਫੋਕਸ। ਧਰਾਤਲ ਤੇ ਪਹੁੰਚ ਕੇ ਇਹਦਾ ਕੀ ਨਾਮ ਬਣ ਗਿਆ, ਐਪੀ ਸੈਂਟਰ ਅਧਿ ਕੇਂਦਰ। ਹੁਣ ਵੇਖੋ ਜਦੋਂ ਧਰਾਤਲ ਤੇ ਆ ਗਿਆ ਭੂਚਾਲ ਤਾਂ ਇੱਥੇ ਥੋੜੀ ਫੈਲੂਗਾ, ਆਸ-ਪਾਸ ਬਹੁਤ ਸਾਰੇ ਨੇੜੇ ਦੇ ਜਿਹੜੇ ਇਹਦੇ ਇਲਾਕੇ ਆਸ-ਪਾਸ ਦੇ ਉੱਥੇ ਫੈਲੂਗਾ। ਇਹਦੇ ਆਸ-ਪਾਸ ਦੇ ਇਲਾਕਿਆਂ ਤੇ ਜਿੱਥੇ ਭੂਚਾਲ ਫੈਲਦਾ ਵਾ ਉੱਥੇ ਉਹ ਜਿਹੜਾ ਉਸ ਨੂੰ ਮਾਪਣ ਲਈ ਜਿਹੜਾ ਜੰਤਰ ਵਰਤਿਆ ਜਾਂਦਾ ਵਾ ਉਹ ਹੈਗਾ ਵਾ IEMI, ਯਾਨੀ ਕਿ ਅਰਥਕੁਏਕ ਮੀਜ਼ਰਿੰਗ ਇਨਸਟਰੂਮੈਂਟ, ਜਾਂ ਇਸ ਨੂੰ ਸਿਸਮੋਗ੍ਰਾਫ ਅਸੀਂ ਕਹਿ ਦਿੰਨੇ ਆ। ਇਹ ਦੋਵੇਂ ਨਾਮ ਤੁਸੀਂ ਯਾਦ ਰੱਖਣੇ। ਮੈਨੂੰ ਪਤਾ ਅੱਜ ਤੱਕ ਤੁਸੀਂ ਸਿਸਮੋਗ੍ਰਾਫ ਹੀ ਦੇਖਿਆ ਹੋਊਗਾ, ਭੂਚਾਲ ਮਾਪੀ ਜੰਤਰ, ਪਰ ਹੋ ਸਕਦਾ ਸਾਨੂੰ EMI ਲਿਖ ਦੇਣ। ਇਹਦਾ ਮਤਲਬ ਆ ਅਰਥਕੁਏਕ ਮੀਜ਼ਰਿੰਗ ਇਨਸਟਰੂਮੈਂਟ, ਯਾਨੀ ਕਿ ਸਿਸਮੋਗ੍ਰਾਫ ਅਧਿ ਕੇਂਦਰ। ਜਿੱਥੇ ਧਰਾਤਲ ਤੇ ਪਹੁੰਚ ਗਿਆ ਭੂਚਾਲ, ਆਸ-ਪਾਸ ਨੂੰ ਮਾਪਣ ਲਈ ਜਿਹੜਾ ਵਾ EMI ਅਰਥਕੁਏਕ ਮੀਜ਼ਰਿੰਗ ਇੰਸਟਰੂਮੈਂਟ ਦੀ ਵਰਤੋਂ ਕੀਤੀ ਜਾਂਦੀ ਆ, ਭੂਚਾਲ ਮਾਪੀ ਜੰਤਰ ਸਿਸਮੋਗ੍ਰਾਫ, ਠੀਕ ਆ।
ਇੰਗਲਿਸ਼ ਪੰਜਾਬੀ ਜਿਵੇਂ ਤੁਹਾਨੂੰ ਸੌਖਾ ਲੱਗਦਾ ਵਾ ਉਵੇਂ ਹੀ ਤੁਸੀਂ ਯਾਦ ਰੱਖ ਲੈਣਾ। ਅੱਗੇ ਆਪਾਂ ਗੱਲ ਕਰਦੇ ਆਂ ਵੀ ਕਿਹੜੇ ਕਿਹੜੇ ਉਹ ਇਲਾਕੇ ਆ ਜਿੱਥੇ ਜ਼ਿਆਦਾ ਭੂਚਾਲ ਆਉਂਦੇ ਆ। ਠੀਕ ਆ, ਜਿਹੜਾ ਸ਼ਾਂਤ ਮਹਾਸਾਗਰ ਆ ਨਾ, ਜਿਹੜਾ ਸ਼ਾਂਤ ਮਹਾਸਾਗਰ ਆ, ਇਹ ਪੂਰੇ ਸੰਸਾਰ ਦਾ ਕਿੰਨਾ ਹਿੱਸਾ ਘੇਰਦਾ ਵਾ? 2/3 ਹਿੱਸਾ ਜਿਹੜਾ ਵਾ ਸ਼ਾਂਤ ਮਹਾਸਾਗਰ ਪੂਰੇ ਵਰਲਡ ਦਾ ਘੇਰਦਾ। ਤੇ ਇਹਦੇ ਵਿੱਚ ਜਿਹੜੇ ਜਵਾਲਾ ਚੱਕਰ ਆਉਂਦੇ ਆ ਨਾ, ਉਹ ਕੀ ਨੇ? ਜਵਾਲਾ ਚੱਕਰਾਂ ਕਾਰਨ ਇੱਥੇ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਨੇ ਸ਼ਾਂਤ ਮਹਾਸਾਗਰ ਦੇ ਵਿੱਚ। ਅਗਲਾ ਪੁਆਇੰਟ, ਜਿੰਨੇ ਵੀ ਮੈਂ ਇੱਥੇ ਆ ਨਾਮ ਲਿਖੇ ਆ, ਇਹ ਸਾਰੇ ਉਹ ਇਲਾਕੇ ਨੇ ਜਿੱਥੇ ਭੂਚਾਲ ਆਏ ਆ ਤੇ ਆਉਂਦੇ ਆ, ਜਾਨੀ ਕਿ ਇਹਨਾਂ ਨੂੰ ਆਪਾਂ ਭੂਚਾਲ ਗ੍ਰਸਤ ਇਲਾਕੇ ਕਹਿ ਸਕਦੇ ਆ। ਬਹੁਤ ਹੀ ਇੰਪੋਰਟੈਂਟ ਆ, ਯਾਦ ਰੱਖਣੇ। ਕਹਿੰਦੇ ਹਿਮਾਲਿਆ ਦੇ ਐਲਪਸ ਪਰਬਤ ਵੀ ਭੂਚਾਲ ਗ੍ਰਸਤ ਪਰਬਤ ਨੇ। ਫਿਰ ਕਹਿੰਦੇ ਆ ਕਸ਼ਮੀਰ ਅਤੇ ਪੱਛਮੀ ਹਿਮਾਲਿਆ, ਮੱਧ ਹਿਮਾਲਿਆ, ਉੱਤਰ ਪੂਰਬੀ ਭਾਰਤ, ਸਿੰਧ ਗੰਗਾ ਮੈਦਾਨ, ਰਾਜਸਥਾਨ, ਗੁਜਰਾਤ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ, ਇਹ ਸਾਰੇ ਉਹ ਇਲਾਕੇ ਨੇ ਜਿੱਥੇ ਭੂਚਾਲ ਆਉਂਦੇ ਨੇ। ਜ਼ਰੂਰ ਯਾਦ ਰੱਖਿਓ। ਸਾਨੂੰ ਏਦਾਂ ਵੀ ਕੁਐਸਚਨ ਆ ਸਕਦਾ ਵੀ ਹੇਠਾਂ ਵਿੱਚੋਂ ਕਿਹੜੇ ਇਲਾਕੇ ਭੂਚਾਲ ਗ੍ਰਸਤ ਹੈਗੇ ਆ, ਜਾਂ ਹੇਠਾਂ ਵਿੱਚੋਂ ਕਿਹੜੇ ਇਲਾਕੇ ਭੂਚਾਲ ਗ੍ਰਸਤ ਨਹੀਂ ਹੈਗੇ। ਠੀਕ ਆ, ਹਿਮਾਲਿਆ ਵੀ ਮੈਂ ਤੁਹਾਨੂੰ ਕਰਾਉਂਗੀ, ਹਿਮਾਲਿਆ ਵਾਲਾ ਟੌਪਿਕ ਆਪਣਾ ਅਜੇ ਰਹਿੰਦਾ, NCERT ਤੋਂ ਹੀ ਕਰਵਾਉਂਗੀ। ਠੀਕ ਆ, ਕਸ਼ਮੀਰ, ਪੱਛਮੀ ਹਿਮਾਲਿਆ, ਮੱਧ ਹਿਮਾਲਿਆ, ਉੱਤਰ ਪੂਰਬੀ ਭਾਰਤ ਜਾਨੀ ਕਿ ਭਾਰਤ ਦਾ ਉੱਤਰ ਪੂਰਬੀ ਹਿੱਸਾ, ਉੱਥੇ ਵੀ ਭੂਚਾਲ ਆਉਂਦੇ ਆ। ਸਿੰਧ ਗੰਗਾ ਦੇ ਮੈਦਾਨ, ਰਾਜਸਥਾਨ, ਗੁਜਰਾਤ, ਲਕਸ਼ਦੀਪ ਤੇ ਅੰਡੇਮਾਨ ਤੇ ਨਿਕੋਬਾਰ। ਇੱਧਰ ਦੇਖੋ, ਇੱਧਰ ਸਾਡੇ ਲਕਸ਼ਦੀਪ ਆ, ਇੱਧਰ ਸਾਡੇ ਅੰਡੇਮਾਨ ਨਿਕੋਬਾਰ ਆ, ਯਾਨੀ ਕਿ ਆਹ ਵਾਲਾ ਜਿਹੜਾ ਭਾਰਤ ਦਾ ਏਰੀਆ ਵਾ, ਇੱਥੇ ਵੀ ਬਹੁਤ ਜ਼ਿਆਦਾ ਭੂਚਾਲ ਆਉਂਦੇ ਆ। ਠੀਕ ਆ, ਯਾਦ ਹੋ ਗਏ ਨਾ ਇਹ ਪੁਆਇੰਟ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵਾ ਕਿ ਨੁਕਸਾਨ ਕੀ ਹੁੰਦਾ ਵਾ ਭੂਚਾਲ ਦੇ ਨਾਲ, ਇਹ ਸਾਨੂੰ ਸਾਰਿਆਂ ਨੂੰ ਪਤਾ। ਤੇ ਭੂਚਾਲ ਤੋਂ ਕਿੱਦਾਂ ਬਚਾ ਕੀਤਾ ਜਾ ਸਕਦਾ, ਉਹ ਪੁਆਇੰਟ ਲਿਖਣ ਵਾਲੇ ਨਹੀਂ ਆ, ਮੈਂ ਬੋਲਦੀ, ਤੁਸੀਂ ਸੁਣ ਕੇ ਸਮਝ ਲਓਗੇ, ਕਿਉਂਕਿ ਉਹ ਬਾਲੇ ਔਖੇ ਨਹੀਂ ਹੈਗੇ। ਦੇਖੋ, ਕਹਿੰਦੇ ਆ ਭੂਚਾਲ ਆਉਣ ਨਾਲ ਧਰਤੀ ਦੇ ਬਹੁਤ ਤਬਾਹੀ ਹੁੰਦੀ ਹੈ। ਧਰਤੀ ਵਿੱਚ ਦਰਾੜਾਂ ਪੈ ਜਾਣ ਨਾਲ ਰੇਲ ਮਾਰਗ, ਸੜਕਾਂ, ਘਰਾਂ, ਪੁਲਾਂ ਆਦਿ ਨੂੰ ਨੁਕਸਾਨ ਪਹੁੰਚਦਾ। ਪਾਣੀ, ਬਿਜਲੀ ਅਤੇ ਗੈਸ ਲਾਈਨਾਂ ਵੀ ਕਾਫੀ ਪ੍ਰਭਾਵਿਤ ਹੁੰਦੀਆਂ ਹਨ। ਜਾਨ ਅਤੇ ਮਾਲ ਦੀ ਕਾਫੀ ਹਾਨੀ ਹੁੰਦੀ ਹੈ। ਠੀਕ ਹੈ, ਫੋਟੋ ਦਿੱਤੀ ਹੋਈ ਬਹੁਤ ਸੋਹਣੀ। ਠੀਕ ਹੈ, ਦੱਸਿਆ ਹੋਇਆ ਇਹਨਾਂ ਨੇ ਭੂਚਾਲ ਦੇ ਨੁਕਸਾਨ ਬਾਰੇ। ਉਸ ਤੋਂ ਬਾਅਦ ਆਪਾਂ ਭੂਚਾਲ ਤੋਂ ਬਚਾਅ ਕਿਵੇਂ ਕਰ ਸਕਦੇ ਹਾਂ? ਕਹਿੰਦੇ ਭੂਚਾਲ ਦੇ ਆਉਣ ਬਾਰੇ ਸਾਨੂੰ ਪਹਿਲਾਂ ਪਤਾ ਨਹੀਂ ਲੱਗ ਸਕਦਾ, ਇਹ ਅਚਨਚੇਤ ਅਤੇ ਇੱਕਦਮ ਹੀ ਆ ਜਾਂਦਾ ਹੈ। ਭੂਚਾਲ ਗ੍ਰਸਤ ਇਲਾਕਿਆਂ ਦੇ ਬਾਰੇ ਵਿੱਚ ਸਾਨੂੰ ਕੁਝ ਜਾਣਕਾਰੀ ਹੋਣ ਕਰਕੇ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਵਾਸਤੇ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਭੂਚਾਲ ਆਫਤ ਪ੍ਰਬੰਧਨ ਲਈ ਸਾਨੂੰ ਜਿਵੇਂ ਭੂਚਾਲ ਗ੍ਰਸਤ ਇਲਾਕਿਆਂ ਵਿੱਚ ਇਮਾਰਤਾਂ ਦੇ ਨਕਸ਼ੇ ਅਤੇ ਬਣਾਵਟ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਭੂਚਾਲ ਆਉਣ ਤੇ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕਹਿੰਦੇ ਪਹਿਲਾਂ ਤੋਂ ਹੀ ਬਿਲਡਿੰਗ ਵਗੈਰਾ ਏਦਾਂ ਤਿਆਰ ਕਰਨੀਆਂ ਚਾਹੀਦੀਆਂ ਕਿ ਜੇ ਕੋਈ ਭੂਚਾਲ ਆਉਂਦਾ ਵੀ ਆ ਤੇ ਉਹਦਾ ਬਿਲਡਿੰਗ ਨੂੰ ਕੋਈ ਨੁਕਸਾਨ ਨਾ ਹੋਵੇ। ਕਹਿੰਦੇ ਜਾਪਾਨ ਵਰਗੇ ਦੇਸ਼ ਵਿੱਚ ਜਿੱਥੇ ਭੂਚਾਲਾਂ ਦਾ ਆਉਣਾ ਆਮ ਹੈ, ਇੱਥੋਂ ਕੀ ਨਿਕਲ ਕੇ ਸਾਹਮਣੇ ਆਈ ਕਿ ਜਾਪਾਨ ਦੇ ਵਿੱਚ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਆ। ਕਹਿੰਦੇ ਭੂਚਾਲ ਪ੍ਰਭਾਵ ਰਹਿਤ ਇਮਾਰਤਾਂ ਦਾ ਨਿਰਮਾਣ ਹੋ ਰਿਹਾ ਹੈ। ਘਰਾਂ ਅਤੇ ਇਮਾਰਤਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ। ਕਹਿੰਦੇ ਕੀ ਕਿਹਾ? ਕਹਿੰਦੇ ਜਾਪਾਨ ਦੇ ਵਿੱਚ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਆ ਤੇ ਹੁਣ ਉੱਥੇ ਬਿਲਡਿੰਗ ਏਦਾਂ ਦੀਆਂ ਬਿਲਡਿੰਗਾਂ ਦਾ ਨਿਰਮਾਣ ਹੋਣ ਲੱਗ ਗਿਆ ਵਾ ਕਿ ਜੇ ਭੂਚਾਲ ਆਉਂਦਾ ਵੀ ਆ ਤੇ ਬਿਲਡਿੰਗ ਜਿਹੜੀਆਂ ਵਾ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਫਿਰ ਇਹ ਕਹਿੰਦੇ ਆ ਕਿ ਬਿਲਡਿੰਗ ਆ ਜਿਹੜੀਆਂ ਸਾਡੇ ਘਰ ਆ ਉਹਨਾਂ ਦਾ ਵੀ ਬੀਮਾ ਹੋਣਾ ਚਾਹੀਦਾ ਵਾ। ਜੇ ਕਿਤੇ ਰੱਬ ਨਾ ਕਰੇ ਸਾਡਾ ਮਤਲਬ ਕੋਈ ਭੂਚਾਲ ਦੇ ਕਾਰਨ ਸਾਡਾ ਘਰ ਜਾਂ ਕੋਈ ਬਿਲਡਿੰਗ ਕੁਛ ਵੀ ਡਿੱਗਦਾ ਵਾ, ਸਾਡਾ ਘਰ ਨਸ਼ਟ ਹੁੰਦਾ ਵਾ ਤੇ ਸਾਨੂੰ ਉਹਦਾ ਬਦਲੇ ਵਿੱਚ ਕੁਛ ਨਾ ਕੁਛ ਮਿਲ ਸਕੇ ਸਰਕਾਰ ਵੱਲੋਂ, ਉਹਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਭੂਚਾਲ ਆਉਣ ਦੇ ਡਰ ਜਾਂ ਦਹਿਸ਼ਤ ਦਾ ਮਾਹੌਲ ਨਹੀਂ ਬਣ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਹਨਾ, ਕਈ ਡਰਾ ਵੀ ਦਿੰਦੇ ਨਾ ਜ਼ਿਆਦਾ, ਉਹ ਚੀਜ਼ ਕਹਿਣ ਦੀ ਕੋਸ਼ਿਸ਼ ਕੀਤੀ ਆ। ਫਿਰ ਅੱਗੇ ਕਹਿੰਦੇ ਆ ਜੇਕਰ ਭੂਚਾਲ ਆਉਣ ਸਮੇਂ ਅੰਦਰ ਬੈਠੇ ਹੋਵੋ ਤਾਂ ਬਾਹਰ ਨੂੰ ਭੱਜਣ ਦੀ ਬਜਾਏ ਕਿਸੇ ਸਖਤ ਚੀਜ਼ ਜਿਵੇਂ ਮੇਜ਼, ਮੰਜੇ, ਮੇਜ਼ ਜਾਂ ਦਰਵਾਜ਼ੇ ਦੇ ਪਿੱਛੇ ਹੋ ਜਾਣਾ ਚਾਹੀਦਾ ਹੈ। ਮੈਨੂੰ ਇੱਕ ਵਾਰ ਯਾਦ ਆ ਗਿਆ, ਪਤਾ ਨਹੀਂ 8th 9th ਦੇ ਮੈਂ ਵਿੱਚ ਪੜ੍ਹਦੀ ਸੀ, ਉਦੋਂ ਭੂਚਾਲ ਆਇਆ ਸੀਗਾ ਤੇ ਸਾਨੂੰ ਨਾ ਜਿਹੜੇ ਟੇਬਲ ਸੀ ਉਹਨਾਂ ਦੇ ਨੀਚੇ ਬਿਠਾਤਾ ਸੀਗਾ। ਉਹ ਚੀਜ਼ ਇੱਥੇ ਲਾਗੂ ਹੁੰਦੀ ਆ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਯਾਦ ਰੱਖਿਓ। ਫਿਰ ਇਹ ਕਹਿੰਦੇ ਆ
मतलब नुकसान ਤੋਂ ਕਿਵੇਂ ਬਚਿਆ ਜਾ ਸਕਦਾ ਇਹ ਪੁਆਇੰਟ ਤੇ ਸੁਣਦੇ ਜਾਇਓ। ਜੇਕਰ ਭੁਚਾਲ ਸਮੇਂ ਬਾਹਰ ਹੋ ਤਾਂ ਖੁੱਲੀ ਜਗ੍ਹਾ ਵਿੱਚ ਚਲੇ ਜਾਣਾ ਚਾਹੀਦਾ ਹੈ। ਇਮਾਰਤਾਂ, ਦਰਖਤਾਂ, ਬਿਜਲੀ ਦੀਆਂ ਤਾਰਾਂ, ਖੰਭਿਆਂ ਆਦਿ ਦੇ ਜਿਹੜੇ ਨਹੀਂ ਖੜਨਾ ਚਾਹੀਦਾ। ਜੇਕਰ ਸਾਨੂੰ ਥੋੜਾ ਜਿਹਾ ਵੀ ਝਟਕਾ ਮਹਿਸੂਸ ਹੁੰਦਾ ਭੁਚਾਲ ਦਾ ਤੇ ਸਾਨੂੰ ਕਿਸੇ ਖੁੱਲੀ ਜਗ੍ਹਾ ਤੇ ਚਲ ਜਾਣਾ ਚਾਹੀਦਾ ਜਿੱਥੇ ਕੋਈ ਬਿਜਲੀ ਦਾ ਖੰਭਾ, ਕੋਈ ਰੁੱਖ ਦਰਖਤ ਕੁਝ ਵੀ ਨਾ ਹੋਵੇ। ਠੀਕ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਭੁਚਾਲ ਤੋਂ ਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੂੰ ਲੋੜੀਂਦੀ ਮੈਡੀਕਲ ਅਤੇ ਹੋਰ ਰਹਿਣ ਆਦਿ ਦੀ ਸਹੂਲਤ ਮੁਹੱਈਆ ਕਰਵਾਉਣੀ ਚਾਹੀਦੀ ਹੈ। ਮਰੇ ਹੋਏ ਅਤੇ ਜ਼ਖਮੀ ਲੋਕਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਵੀ ਤੇਜ਼ੀ ਨਾਲ ਹੋਣਾ ਚਾਹੀਦਾ ਹੈ। ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲਾਂ ਜਾਂ ਇਸ ਮਕਸਦ ਲਈ ਬਣੇ ਕੈਂਪਾਂ ਵਿੱਚ ਫਟਾਫਟ ਲਿਜਾਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਮੈਡੀਕਲ ਸਹੂਲਤਾਂ ਦੇ ਕੇ ਉਹਨਾਂ ਨੂੰ ਬਚਾਇਆ ਜਾ ਸਕੇ। ਭੁਚਾਲ ਨਾਲ ਪ੍ਰਭਾਵਿਤ ਆਵਾਜਾਈ, ਸੂਚਨਾ ਤੇ ਸੰਚਾਰ ਦੇ ਸਾਧਨਾਂ ਨੂੰ ਦੁਬਾਰਾ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ। ਬੇਘਰ ਹੋਏ ਲੋਕਾਂ ਨੂੰ ਘਰ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਹਨ। ਬਸ ਪਤਾ ਹੀ ਆ ਤੁਹਾਨੂੰ ਹਨਾ। ਉਸ ਤੋਂ ਬਾਅਦ ਆਪਾਂ ਜਾਣਦੇ ਆ ਜਵਾਲਾਮੁਖੀ। ਵੇਖੋ ਆਪਾਂ ਕੀ ਕਰਦੇ ਪਏ ਆ, ਆਫਤ ਪ੍ਰਬੰਧਨ। ਆਫਤ ਪ੍ਰਬੰਧਨ ਦੇ ਵਿੱਚ ਦੋ ਤਰ੍ਹਾਂ ਦੀਆਂ ਆਫਤਾਂ ਵਾ, ਇੱਕ ਕੁਦਰਤੀ ਆਫਤਾਂ ਤੇ ਇੱਕ ਆਪਣੀਆਂ ਹੈਗੀਆਂ ਵਾ ਮਨੁੱਖੀ ਆਫਤਾਂ। ਜਦੋਂ ਅਸੀਂ ਕੁਦਰਤੀ ਆਫਤਾਂ ਦੀ ਗੱਲ ਕਰਦੇ ਆ ਇਹਦੇ ਵਿੱਚ ਸਾਡੀ ਪਹਿਲੀ ਆਉਂਦੀ ਆ ਭੁਚਾਲ, ਜਿਹੜਾ ਕਿ ਅਸੀਂ ਕੰਪਲੀਟ ਕਰ ਚੁੱਕੇ ਆ। ਦੂਜਾ ਸਾਡਾ ਆਉਂਦਾ ਵਾ ਜਵਾਲਾਮੁਖੀ ਤੇ ਹੁਣ ਆਪਾਂ ਜਾਣੇ ਆ ਜਵਾਲਾਮੁਖੀ ਤੇ। ਠੀਕ ਆ, ਉਸ ਤੋਂ ਬਾਅਦ ਜਵਾਲਾਮੁਖੀ ਆ। ਜਵਾਲਾਮੁਖੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਵਾਲਾਮੁਖੀ ਫਟ ਕੇ ਲਾਵੇ ਦੇ ਰੂਪ ਵਿੱਚ ਧਰਤੀ ਤੇ ਆ ਜਾਂਦੇ ਹਨ। ਅਸੀਂ ਇੱਕ ਲਾਵਾ ਪੜ੍ਹਦੇ ਆ, ਅਸੀਂ ਇੱਕ ਮੈਗਮਾ ਪੜ੍ਹਦੇ ਆ। ਜਦੋਂ ਲਾਵਾ ਠੰਡਾ ਹੋ ਕੇ ਧਰਤੀ ਦੇ ਹੇਠਾਂ ਜੰਮ ਜਾਂਦਾ ਉਹਨੂੰ ਅਸੀਂ ਮੈਗਮਾ ਕਹਿੰਦੇ ਆ। ਜਦੋਂ ਉਹ ਫਟ ਕੇ ਜਿਹੜਾ ਵਾ ਧਰਤੀ ਦੀ ਸਤ੍ਹਾ ਤੇ ਆ ਜਾਂਦਾ ਵਾ ਉਹਨੂੰ ਅਸੀਂ ਲਾਵਾ ਕਹਿ ਦਿੰਦੇ ਆ। ਤੇ ਲਾਵਾ ਫਟ ਕੇ ਜਦੋਂ ਧਰਤੀ ਦੇ ਉੱਪਰ ਆ ਜਾਂਦਾ ਵਾ ਉਹ ਕੀ ਹੁੰਦਾ ਵਾ, ਜਵਾਲਾਮੁਖੀ। ਕਹਿੰਦੇ ਕਈ ਵਾਰ ਇਹਨਾਂ ਨਾਲ ਹਾਨੀਕਾਰਕ ਗੈਸਾਂ ਉਤਪੰਨ ਹੁੰਦੀਆਂ ਹਨ ਜੋ ਕਿ ਬਹੁਤ ਨੁਕਸਾਨਦਾਇਕ ਹੁੰਦੀਆਂ ਹਨ। ਇੱਕ ਚੀਜ਼ ਯਾਦ ਰੱਖਿਓ, ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਜਵਾਲਾਮੁਖੀ ਹਮੇਸ਼ਾ ਨੁਕਸਾਨ ਹੀ ਕਰਦੇ ਆ ਤੇ ਜੇਕਰ ਤੁਸੀਂ ਕਹਿ ਦੋਗੇ ਹਾਂਜੀ ਤੇ ਤੁਹਾਡਾ ਕੁਐਸਚਨ ਗਲਤ ਹੋ ਜਾਊਗਾ, ਕਿਉਂਕਿ ਜਵਾਲਾਮੁਖੀ ਹਮੇਸ਼ਾ ਨੁਕਸਾਨ ਨਹੀਂ ਕਰਦੇ, ਇਹ ਸਾਨੂੰ ਫਾਇਦਾ ਵੀ ਕਰ ਜਾਂਦੇ ਆ। ਕਿਵੇਂ? ਕਿਉਂਕਿ ਜਵਾਲਾਮੁਖੀ ਜਦੋਂ ਫਟਦੇ ਆ ਕਈ ਵਾਰ ਤਾਂ ਇਹ ਹਾਨੀਕਾਰਕ ਗੈਸਾਂ ਇਹਨਾਂ ਦੇ ਨਾਲ ਉਤਪੰਨ ਹੁੰਦੀਆਂ ਜੋ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੁੰਦੀਆਂ, ਪਰ ਕਈ ਵਾਰੀ ਬਹੁਤ ਸਾਰੇ ਖਣਿਜ ਪਦਾਰਥ ਇਹਨਾਂ ਤੋਂ ਸਾਨੂੰ ਮਿਲ ਜਾਂਦੇ ਆ ਜੋ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ। ਕਹਿੰਦੇ ਕਈ ਵਾਰ ਇਹ ਫਾਇਦਾ ਵੀ ਕਰ ਜਾਂਦੇ ਹਨ ਕਿਉਂਕਿ ਬਹੁਤ ਸਾਰੇ ਖਣਿਜ ਪਦਾਰਥ ਮਿਲ ਜਾਂਦੇ ਹਨ। ਕਲੀਅਰ ਪੁਆਇੰਟ। ਕਹਿੰਦੇ ਕਈ ਵਾਰ ਬੁਝੇ ਹੋਏ ਜਵਾਲਾਮੁਖੀਆਂ ਨਾਲ ਝੀਲਾਂ ਦਾ ਨਿਰਮਾਣ ਹੁੰਦਾ ਹੈ। ਮੋਸਟ ਇੰਪੋਰਟੈਂਟ ਪੁਆਇੰਟ। ਕਹਿੰਦੇ ਜਿਹੜੇ ਬੁਝੇ ਹੋਏ ਜਵਾਲਾਮੁਖੀ ਆ, ਪਤਾ ਕਿਉਂ? ਕਿਉਂਕਿ ਜਵਾਲਾਮੁਖੀ ਦੀਆਂ ਤਿੰਨ ਕਿਸਮਾਂ ਵਾ। ਇੱਕ ਹੁੰਦੇ ਆ ਕਿਰਿਆਸ਼ੀਲ ਜਵਾਲਾਮੁਖੀ, ਇੱਕ ਹੁੰਦੇ ਆ ਸੁੱਤੇ ਹੋਏ ਜਵਾਲਾਮੁਖੀ ਤੇ ਇੱਕ ਹੁੰਦੇ ਆ ਬੁਝੇ ਹੋਏ ਜਵਾਲਾਮੁਖੀ। ਇੱਥੇ ਸਾਨੂੰ ਕੀ ਕਹਿ ਰਿਹਾ ਆ? ਕਹਿੰਦੇ ਬੁਝੇ ਹੋਏ ਜਵਾਲਾਮੁਖੀ ਕਈ ਵਾਰੀ ਝੀਲਾਂ ਦਾ ਨਿਰਮਾਣ ਕਰ ਦਿੰਦੇ ਆ ਤੇ ਜਿਹੜੀ ਮਹਾਰਾਸ਼ਟਰ ਦੀ ਲੋਨਾਰ ਝੀਲ ਆ ਉਹ ਜਵਾਲਾਮੁਖੀ ਫਟਣ ਦੇ ਨਾਲ ਹੀ ਬਣੀ ਆ। ਮੋਸਟ ਇੰਪੋਰਟੈਂਟ ਆ ਲੋਨਾਰ ਝੀਲ। ਕਿਵੇਂ ਬਣੀ ਆ ਇਹ ਬਣੀ ਆ ਜਵਾਲਾਮੁਖੀ ਦੇ ਫਟਣ ਨਾਲ। ਇਹ ਕਿੱਥੇ ਆ? ਮਹਾਰਾਸ਼ਟਰ ਦੇ ਵਿੱਚ। ਪੁਆਇੰਟ ਕਲੀਅਰ ਹੋਇਆ? ਹੁਣ ਇਹਨਾਂ ਨੂੰ ਸਮਝਿਓ ਵੀ ਕਿਰਿਆਸ਼ੀਲ ਜਵਾਲਾਮੁਖੀ ਕੀ ਹੁੰਦੇ ਆ, ਸੁੱਤੇ ਹੋਏ ਜਵਾਲਾਮੁਖੀ ਕਿਹੜੇ ਹੁੰਦੇ ਆ ਤੇ ਬੁਝੇ ਹੋਏ ਜਵਾਲਾਮੁਖੀ ਕਿਹੜੇ ਹੁੰਦੇ ਆ। ਠੀਕ ਆ, ਜਿਹੜੀਆਂ ਜਵਾਲਾਮੁਖੀ ਦੀਆਂ ਕਿਸਮਾਂ ਵਾ, ਪਹਿਲੀ ਹੈਗੀ ਆ ਕਿਰਿਆਸ਼ੀਲ ਜਵਾਲਾਮੁਖੀ ਜਾਂ ਇੰਗਲਿਸ਼ ਦੇ ਵਿੱਚ ਇਹਨੂੰ ਐਕਟਿਵ ਵੋਲਕੈਨੋ ਵੀ ਕਹਿ ਦਿੰਦੇ ਆ। ਠੀਕ ਆ, ਕਹਿੰਦੇ ਜਿਨ੍ਹਾਂ ਵਿੱਚ ਵਿਸਫੋਟ ਹੋਏ ਨੂੰ ਬਹੁਤੀ ਦੇਰ ਨਹੀਂ ਹੋਈ ਹੁੰਦੀ। ਇਹਨਾਂ ਵਿੱਚ ਬਹੁਤੇ ਜਵਾਲਾਮੁਖੀ ਸ਼ਾਂਤ ਮਹਾਸਾਗਰ ਦੇ ਨੇੜੇ ਸਥਿਤ ਹਨ ਜਿਸ ਕਰਕੇ ਇਹਨੂੰ ਜਵਾਲਾ ਚੱਕਰ ਕਹਿੰਦੇ ਹਨ। ਭੁਚਾਲ ਵਾਲਾ ਪੁਆਇੰਟ ਯਾਦ ਕਰੋ, ਜਵਾਲਾ ਚੱਕਰ ਕਾਰਨ ਹੀ ਸ਼ਾਂਤ ਮਹਾਸਾਗਰ ਦੇ ਵਿੱਚ ਭੁਚਾਲ ਆਉਂਦੇ ਆ ਤੇ ਜਵਾਲਾ ਚੱਕਰ ਜਿਹੜਾ ਕਿਹਦੀ ਉਦਾਹਰਨ ਆ? ਕਿਰਿਆਸ਼ੀਲ ਜਵਾਲਾਮੁਖੀ ਦੀ ਉਦਾਹਰਨ ਆ। ਇਸ ਚੀਜ਼ ਨੂੰ ਕੋਰਿਲੇਟ ਕਰਕੇ ਯਾਦ ਰੱਖਣ ਦੀ ਕੋਸ਼ਿਸ਼ ਕਰਿਓ। ਠੀਕ ਆ, ਜੇਕਰ ਤੁਹਾਨੂੰ ਇਹਦੀ ਐਗਜ਼ਾਮਪਲ ਜੇਕਰ ਤੁਸੀਂ ਯਾਦ ਰੱਖਣੀ ਆ ਕਿਰਿਆਸ਼ੀਲ ਜਵਾਲਾਮੁਖੀ ਦੀ, ਮਾਊਂਟ ਏਟਨਾ ਤੇ ਸ਼ਿਸ਼ਲੀ ਦੀਪ। ਠੀਕ ਆ, ਮਾਊਂਟ ਏਟਨਾ
ਮਾਊਂਟ ਏਟਨਾ ਤੇ ਸ਼ਿਸ਼ਲੀ ਦੀਪ ਕਿਹਦੀ ਉਦਾਹਰਨ ਨੇ? ਕਿਰਿਆਸ਼ੀਲ ਜਵਾਲਾਮੁਖੀ ਦੀ ਉਦਾਹਰਨ ਆ। ਠੀਕ ਆ। ਉਸ ਤੋਂ ਬਾਅਦ ਆ ਜਾਂਦੇ ਸਾਡੇ ਅਗਲੇ ਸੁੱਤੇ ਹੋਏ ਜਵਾਲਾਮੁਖੀ। ਕਹਿੰਦੇ ਜਿਨ੍ਹਾਂ ਵਿੱਚ ਬਹੁਤ ਟਾਈਮ ਪਹਿਲਾਂ ਵਿਸਫੋਟ ਹੋਇਆ ਸੀ। ਕਿਰਿਆਸ਼ੀਲ ਕਿਹੜੇ ਸੀ? ਕਿ ਜਿੱਥੇ ਵਿਸਫੋਟ ਹੋਏ ਨੂੰ ਬਹੁਤੀ ਦੇਰ ਨਹੀਂ ਹੋਈ। ਪਰ ਸੁੱਤੇ ਹੋਏ ਕਿਹੜੇ ਆ? ਜਿੱਥੇ ਵਿਸਫੋਟ ਹੋਏ ਨੂੰ ਬਹੁਤ ਦੇਰ ਹੀ ਜਿਹੜੀ ਆ, ਮਤਲਬ ਬਹੁਤ ਟਾਈਮ ਪਹਿਲਾਂ ਵਿਸਫੋਟ ਹੋਇਆ। ਕਹਿੰਦੇ ਫਿਰ ਇਹ ਸ਼ਾਂਤ ਪਏ ਰਹੇ, ਮਤਲਬ ਕਿ ਵਿਸਫੋਟ ਹੋਏ ਨੂੰ ਕਾਫੀ ਟਾਈਮ ਹੋ ਗਿਆ, ਫਿਰ ਇਹ ਸ਼ਾਂਤ ਪਏ ਰਹੇ। ਕਹਿੰਦੇ ਅੰਡੇਮਾਨ ਟਾਪੂਆਂ ਵਿੱਚ ਬੈਰਨ ਟਾਪੂ ਇਹਦੀ ਉਦਾਹਰਨ ਆ। ਬੈਰਨ ਟਾਪੂ ਕਿਹਦੀ ਉਦਾਹਰਨ ਆ? ਸੁੱਤੇ ਹੋਏ ਜਵਾਲਾਮੁਖੀ ਦੀ। ਬਹੁਤ ਪਹਿਲਾਂ ਵਿਸਫੋਟ ਹੋਇਆ, ਸ਼ਾਂਤ ਪਿਆ ਰਿਹਾ। ਬੈਰਨ ਟਾਪੂ ਸੁੱਤੇ ਹੋਏ ਜਵਾਲਾਮੁਖੀ ਦੇ ਕਾਰਨ ਹੀ ਬਣਿਆ ਆ। ਉਸ ਤੋਂ ਬਾਅਦ ਤੀਜੀ ਕਿਸਮ ਆ ਜਾਂਦੀ ਬੁਝੇ ਹੋਏ ਜਵਾਲਾਮੁਖੀ। ਇਹ ਮੋਸਟ ਇੰਪੋਰਟੈਂਟ ਆ, ਬੁਝੇ ਹੋਏ ਜਵਾਲਾਮੁਖੀ। ਕਹਿੰਦੇ ਨਾ ਵਿਸਫੋਟ ਹੋਇਆ ਤੇ ਨਾ ਹੀ ਵਿਸਫੋਟ ਹੋਣ ਦੀ ਕੋਈ ਸੰਭਾਵਨਾ ਹੁੰਦੀ ਆ, ਉਹ ਕੀ ਹੁੰਦੇ ਆ? ਬੁਝੇ ਹੋਏ ਜਵਾਲਾਮੁਖੀ। ਪਰ ਇੱਥੇ ਇਹਨਾਂ ਨੇ ਇੱਕ ਪੁਆਇੰਟ ਦਿੱਤਾ, ਕਹਿੰਦੇ ਕਿ ਮਨੁੱਖ ਗਲਤੀ ਕਰ ਜਾਂਦਾ ਵਾ। ਅਕਸਰ ਹੋਇਆ ਕਿ ਜਿਨ੍ਹਾਂ ਨੂੰ ਅਸੀਂ ਬੁਝੇ ਹੋਏ ਜਵਾਲਾਮੁਖੀ ਸੋਚ ਕੇ ਬੈਠ ਜਾਂਦੇ ਆ, ਕਿਤੇ ਨਾ ਕਿਤੇ ਉਹ ਕਿਰਿਆਸ਼ੀਲ ਹੋ ਉੱਠਦੇ ਆ। ਜਿਨ੍ਹਾਂ ਬਾਰੇ ਅਸੀਂ ਸੋਚ ਲੈਂਦੇ ਵੀ ਇਹ ਤਾਂ ਬੁਝਿਆ ਹੋਇਆ ਜਵਾਲਾਮੁਖੀ ਆ, ਪਰ ਕਹਿੰਦੇ ਏਦਾਂ ਮਨੁੱਖ ਨੇ ਗਲਤੀ ਕੀਤੀ ਸੀ, ਕਿਉਂਕਿ ਕਹਿੰਦੇ ਇਟਲੀ ਦੇ ਵਿੱਚ ਵਿਸੂਵੀਅਸ ਜਵਾਲਾਮੁਖੀ, ਜਿਹਨੂੰ ਮਨੁੱਖ ਬੁਝਿਆ ਹੋਇਆ ਜਵਾਲਾਮੁਖੀ ਸਮਝਦਾ ਰਿਹਾ, ਪਰ ਕਹਿੰਦੇ 1979 ਦੇ ਵਿੱਚ ਕਿਰਿਆਸ਼ੀਲ ਹੋ ਉੱਠਿਆ। ਬੁਝਿਆ ਹੋਇਆ ਜਵਾਲਾਮੁਖੀ ਇਟਲੀ ਦਾ 1979 ਦੇ ਵਿੱਚ ਵਿਸੂਵੀਅਸ ਜਵਾਲਾਮੁਖੀ, ਤੇ ਫਿਰ ਜਦੋਂ ਉੱਠ ਖੜਿਆ, ਕਿਰਿਆਸ਼ੀਲ ਹੋ ਗਿਆ, ਫਿਰ ਕਹਿੰਦੇ ਕਿ ਭਾਜੜਾਂ ਪੈ ਗਈਆਂ। ਠੀਕ ਆ। ਉਸ ਤੋਂ ਬਾਅਦ ਇਹਦੇ ਬਚ ਬਚਾਵ ਦੀ ਆਪਾਂ ਗੱਲ ਕਰ ਲੈਨੇ ਆ। ਠੀਕ ਆ। ਕਹਿੰਦੇ ਕਿ ਫਿਰ ਕਹਿੰਦੇ ਆ ਸੰਸਾਰ ਦੇ ਜ਼ਿਆਦਾਤਰ ਜਵਾਲਾਮੁਖੀ ਸ਼ਾਂਤ ਮਹਾਸਾਗਰ ਦੇ ਅੱਗ ਦੇ ਚੱਕਰ ਜਾਂ ਰਿੰਗ ਆਫ ਫਾਇਰ, ਆ ਜਵਾਲਾ ਚੱਕਰ ਆ ਨਾ ਜਿਹੜਾ, ਇਹਨੂੰ ਰਿੰਗ ਆਫ ਫਾਇਰ ਵੀ ਕਹਿੰਦੇ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ, ਇਹਨੂੰ ਰਿੰਗ ਆਫ ਫਾਇਰ ਵੀ ਕਹਿੰਦੇ ਆ। ਕਹਿੰਦੇ ਕਈ ਜਵਾਲਾਮੁਖੀ ਤਾਂ ਬਹੁਤ ਤਬਾਹੀ ਕੁੰਨ ਹੁੰਦੇ ਹਨ। ਕਹਿੰਦੇ ਸਨ 1943 ਵਿੱਚ ਮੈਕਸੀਕੋ ਵਿੱਚ ਜਵਾਲਾਮੁਖੀ ਫਟਣ ਦੇ ਨਾਲ 750 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ। 1943 ਦੇ ਵਿੱਚ ਮੈਕਸੀਕੋ ਦੇ ਵਿੱਚ ਇੱਕ ਜਵਾਲਾਮੁਖੀ ਫਟਿਆ। ਇਹ ਬਸ ਤੁਸੀਂ ਯਾਦ ਰੱਖਣਾ। ਠੀਕ ਹੈ। ਉਸ ਤੋਂ ਬਾਅਦ ਇਹਦੇ ਬਚ ਬਚਾਵ ਦੇ ਸੁਣ ਲਓ ਪੁਆਇੰਟ। ਜਵਾਲਾਮੁਖੀ ਵਿਸਫੋਟ ਵਾਲੇ ਸਥਾਨ ਦੇ ਨੇੜੇ ਘਰ ਜਾਂ ਹੋਰ ਇਮਾਰਤਾਂ ਨਹੀਂ ਬਣਾਉਣੀਆਂ ਚਾਹੀਦੀਆਂ। ਜਵਾਲਾਮੁਖੀ ਫਟਣ ਤੋਂ ਕੁਝ ਦੇਰ ਪਹਿਲਾਂ ਕੁਝ ਨਿਸ਼ਾਨੀਆਂ ਦਿਖਣ ਤੇ ਹੀ ਇਸ ਦੇ ਸਥਾਨ ਤੋਂ ਬਹੁਤ ਦੂਰ ਤੱਕ ਚਲੇ ਜਾਣਾ ਚਾਹੀਦਾ ਹੈ। ਇੱਥੇ ਦੂਰ ਜਾਣ ਵਾਸਤੇ ਤੇਜ਼ ਗਤੀ ਵਾਲੇ ਸਾਧਨ ਇਸਤੇਮਾਲ ਕਰਨੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਹਾਲਤ ਵਿੱਚ ਸਰਕਾਰ ਨੂੰ ਲੋੜੀਂਦੀ ਮੈਡੀਕਲ ਜਾਂ ਹੋਰ ਕਿਸੇ ਕਿਸਮ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਅਸਲ ਦੇ ਵਿੱਚ NCCTET ਦੀ ਜਦੋਂ ਮੈਂ ਤਿਆਰੀ ਕਰਵਾਈ ਸੀ ਨਾ, ਇਹ ਸਾਰੇ ਟੌਪਿਕ ਮੈਂ ਉਦੋਂ ਵੀ ਕਰਵਾਏ ਸੀ, ਉਦੋਂ ਮੈਂ ਹਿੰਦੀ ਮੀਡੀਅਮ 'ਚ ਕਰਵਾਏ ਸੀ, ਪਰ ਉਦੋਂ ਮੈਂ CTET ਨਹੀਂ ਕਰਵਾਈ ਸੀ। ਹੁਣ ਮੈਂ PSTET ਨਹੀਂ ਕਰਵਾ ਰਹੀ, ਮੈਂ ਦੁਬਾਰੇ ਕਰਵਾ ਰਹੀ ਹਾਂ। ਯਾਦ ਕਰੋ ਜਿਨ੍ਹਾਂ ਨੇ ਉਹ ਵੀ ਕਲਾਸਾਂ ਮੇਰੀਆਂ ਦੇਖੀਆਂ ਹੋਣਗੀਆਂ। ਮੈਂ ਤੁਹਾਨੂੰ ਦੱਸਿਆ ਸੀ ਕਿ ਆਖਰ ਕੀ ਨਿਸ਼ਾਨੀ ਆ ਕਿ ਜਵਾਲਾਮੁਖੀ ਆਉਣ ਵਾਲਾ ਵਾ। ਇਹਦੀ ਨਿਸ਼ਾਨੀ ਇਹ ਆ ਕਿ ਜਿਹੜੀਆਂ ਸਮੁੰਦਰੀ ਲਹਿਰਾਂ, ਸਮੁੰਦਰਾਂ ਦੇ ਕੰਢਿਆਂ ਤੇ ਮਹਾਸਾਗਰਾਂ ਦੇ ਕੰਢਿਆਂ ਤੇ ਪਾਣੀ ਘੱਟ ਹੋ ਜਾਂਦਾ ਵਾ ਤੇ ਪਾਣੀ ਸ਼ਾਂਤ ਹੋ ਜਾਂਦਾ ਵਾ, ਤੇ ਕਈ ਲੋਕ ਉੱਥੇ ਜਾ ਕੇ ਤੁਰਨ ਫਿਰਨ ਲੱਗ ਜਾਂਦੇ ਆ। ਠੀਕ ਆ। ਤੇ ਉਹ ਪਤਾ ਉਦੋਂ ਲੱਗਦਾ ਕਿ ਜਦੋਂ ਮਤਲਬ ਬਸ ਤਬਾਹੀ ਸ਼ੁਰੂ ਹੋ ਜਾਂਦੀ ਆ, ਤੇ ਫਿਰ ਭੱਜਣਾ ਨੱਸਣਾ ਸ਼ੁਰੂ ਕਰ ਦਿੰਦੇ ਆ। ਕਹਿੰਦੇ ਲੋਕੀ ਅਵੇਅਰ ਨਹੀਂ ਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਜਦੋਂ ਜਵਾਲਾਮੁਖੀ ਆਉਣ ਵਾਲਾ ਹੋਵੇ ਜਾਂ ਸੁਨਾਮੀ ਕੁਛ ਵੀ ਆਉਣ ਵਾਲਾ ਹੋਵੇ, ਤਾਂ ਪਹਿਲਾਂ ਕੁਛ ਟਾਈਮ ਪਹਿਲਾਂ ਸਮੁੰਦਰੀ ਕੰਢਿਆਂ ਦੀਆਂ ਲਹਿਰਾਂ ਜਿਹੜੀਆਂ ਵਾ ਉਹ ਸ਼ਾਂਤ ਪੈ ਜਾਂਦੀਆਂ ਵਾ। ਠੀਕ ਆ। ਅਗਲੇ ਪੁਆਇੰਟ ਤੇ ਜਾਣੇ, ਭੂਚਾਲ ਕਰ ਲਿਆ, ਜਵਾਲਾਮੁਖੀ ਕਰ ਲਿਆ। ਹੁਣ ਆਪਾਂ ਜਾਣੇ ਆ ਸੁਨਾਮੀ ਤੇ। ਠੀਕ ਆ। ਸੁਨਾਮੀ ਵੀ ਕੋਈ ਜ਼ਿਆਦਾ ਔਖਾ ਨਹੀਂ ਆ, ਸੌਖਾ ਹੀ ਆ। ਠੀਕ ਆ। ਬਈ ਮੈਂ ਇੱਕ ਵਾਰੀ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਤੁਹਾਨੂੰ ਕਰਵਾਈ ਸੀ ਨਾ 7ਵੀਂ ਕਲਾਸ ਦੀ ਜਿਓਗ੍ਰਾਫੀ ਪੂਰੀ ਕੰਪਲੀਟ ਹੋ ਚੁੱਕੀ ਆ, ਪਲੇਲਿਸਟ ਬਣੀ ਪਈ ਆ। 7ਵੀਂ ਕਲਾਸ ਦੀ ਜਿਓਗ੍ਰਾਫੀ ਜਦੋਂ ਆਪਾਂ ਕਰਦੇ ਆ NCERT, ਉਹਦੇ ਵਿੱਚ ਜਵਾਲਾਮੁਖੀ, ਸੁਨਾਮੀ, ਇਹ ਸਾਰੇ ਚੈਪਟਰ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾ ਚੁੱਕੀ ਆ।
ਸੁਨਾਮੀ ਤੇ ਜਵਾਲਾਮੁਖੀ ਵਾਲੀ ਕਲਾਸ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕੀਤੀ ਹੋਊਗੀ, ਕਰ ਦਿੰਨੀ ਆ ਮੈਂ ਹੁਣੇ ਹੀ, ਠੀਕ ਆ। ਤੇ ਉਹ ਵੀ ਕਲਾਸ ਤੁਸੀਂ ਜ਼ਰੂਰ ਦੇਖਣੀ, ਕਿਉਂਕਿ ਐਨਸੀਈਆਰਟੀ ਬਹੁਤ ਜ਼ਰੂਰੀ ਆ। ਤੇ ਠੀਕ ਆ, ਮੈਂ ਅੱਜ ਦੁਬਾਰੇ ਕਰਵਾ ਰਹੀ ਆ, ਠੀਕ ਆ। ਵੇਖੋ ਐਨਸੀਈਆਰਟੀ ਹੀ ਸਾਨੂੰ ਦੱਸਦੀ ਆ ਕਿ ਸੁਨਾਮੀ ਸ਼ਬਦ ਜਿਹੜਾ ਵਾ ਇਹ ਜਾਪਾਨੀ ਭਾਸ਼ਾ ਦਾ ਸ਼ਬਦ ਆ। ਇਹੋ ਜਿਹੀਆਂ ਚੀਜ਼ਾਂ ਸਾਨੂੰ ਕਿਤੇ ਵੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਨਹੀਂ ਮਿਲਦੀਆਂ, ਠੀਕ ਆ। ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਯਾਦ ਰੱਖਿਓ। ਕਹਿੰਦੇ ਜਦੋਂ ਸਮੁੰਦਰੀ ਤਰੰਗਾ 15 ਮੀਟਰ ਦੀ ਉਚਾਈ ਤੇ ਉੱਠਣ, ਉਹਨਾਂ ਨੂੰ ਕੀ ਨਾਮ ਦੇ ਦਿੱਤਾ ਜਾਂਦਾ ਵਾ? ਸੁਨਾਮੀ। ਸਮੁੰਦਰ ਦੇ ਵਿੱਚ ਤਰੰਗਾਂ ਉੱਠੀਆਂ, ਜਿਹੜੀ ਕੋਈ ਤਰੰਗ 15 ਮੀਟਰ ਦੀ ਉਚਾਈ ਤੇ ਚਲ ਗਈ, ਉਹ ਤਰੰਗ ਨਹੀਂ ਖਿਲਾਊਗੀ, ਉਹ ਕੀ ਖਵਾਊਗੀ? ਉਹ ਖਵਾਊਗੀ ਸੁਨਾਮੀ। ਕਲੀਅਰ ਹੋਇਆ? ਕਹਿੰਦੇ ਹੁਣ ਤੱਕ ਸੁਨਾਮੀ ਦੀ ਉਚਾਈ 150 ਮੀਟਰ ਮਾਪੀ ਜਾ ਚੁੱਕੀ ਹੈ। ਵੀ ਤੁਸੀਂ ਸੋਚੋ ਵੀ 15 ਮੀਟਰ ਦੀ ਉਚਾਈ ਵਾਲੀ ਜਿਹੜੀ ਤਰੰਗ, ਉਹਨੂੰ ਆਪਾਂ ਸੁਨਾਮੀ ਕਹਿੰਦੇ ਆ, ਤੇ ਜਿਹੜੀ 150 ਮੀਟਰ ਤੱਕ ਚਲ ਗਈ, ਉਹਨੇ ਕਿੰਨਾ ਨੁਕਸਾਨ ਕੀਤਾ ਹੋਊਗਾ। ਕਹਿੰਦੇ 2004 ਦੇ ਵਿੱਚ ਅੰਡੇਮਾਨ ਨਿਕੋਬਾਰ ਵਿੱਚ ਭਾਰਤ ਦਾ ਜਿਹੜਾ ਇੰਦਰਾ ਪੁਆਇੰਟ ਸੀ, ਉਹ ਡੁੱਬ ਗਿਆ ਸੀ ਇਸੇ ਹੀ ਸੁਨਾਮੀ ਦੇ ਕਾਰਨ। ਜਿਹੜੀ ਕਮੈਂਟ ਸੈਕਸ਼ਨ ਦੇ ਵਿੱਚ ਕਲਾਸ ਪਿੰਨ ਕੀਤੀ ਪਈ ਆ, ਉਹ ਜ਼ਰੂਰ ਦੇਖਿਓ ਸਾਰੀ ਦੀ ਸਾਰੀ, ਠੀਕ ਆ। ਉਸ ਤੋਂ ਬਾਅਦ ਆਪਾਂ ਜਾਣਦੇ ਆ ਸੁਨਾਮੀ ਦੇ ਬਚਾਵ ਲਈ, ਠੀਕ ਆ। ਇੱਕ ਵਾਰੀ ਮੈਂ ਤੁਹਾਨੂੰ ਰੀਡ ਕਰ ਦਿੰਨੀ ਆ, ਪੰਜਾਬ ਬੋਰਡ ਦੀ ਬੁੱਕ ਤੇ ਵੀ ਆਪਾਂ ਡਾਟਾ ਰੀਡ ਕਰ ਲੈਂਦੇ ਆ। ਕਹਿੰਦੇ ਸਮੁੰਦਰ ਦਾ ਧਰਾਤਲ ਹਿੱਲਣ ਕਰਕੇ ਪਾਣੀ ਦੀਆਂ ਉੱਚੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ। ਸਮੁੰਦਰ ਜਾਂ ਇਸ ਤੋਂ ਬਾਹਰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਸੁਨਾਮੀ ਲਹਿਰਾਂ ਜੋ 26 ਦਸੰਬਰ 2004 ਨੂੰ ਆਈਆਂ, ਉਹਨਾਂ ਨੇ ਦੱਖਣੀ ਅਤੇ ਦੱਖਣੀ ਪੂਰਬੀ ਏਸ਼ੀਆ, ਪੂਰਬੀ ਅਫਰੀਕਾ ਦੇ 11 ਦੇਸ਼ਾਂ ਨੂੰ ਨੁਕਸਾਨ ਪਹੁੰਚਾਇਆ। ਯਾਦ ਰੱਖਿਓ 2004 ਦੇ ਵਿੱਚ ਇਹ ਜਿਹੜੀ ਸੁਨਾਮੀ ਆਈ, ਐਨਸੀਈਆਰਟੀ ਨੇ ਇੱਕ ਤਾਂ ਸਾਨੂੰ ਇਹ ਦੱਸਿਆ ਵੀ ਅੰਡੇਮਾਨ ਨਿਕੋਬਾਰ ਵਿੱਚ ਇੰਦਰਾ ਪੁਆਇੰਟ ਭਾਰਤ ਦਾ ਡੁੱਬ ਗਿਆ, ਤੇ ਪਰ ਪੰਜਾਬ ਬੋਰਡ ਵਾਲੇ ਕਹਿੰਦੇ ਵੀ ਅਫਰੀਕਾ, ਪੂਰਬੀ ਅਫਰੀਕਾ, ਠੀਕ ਹੈ। ਇਹ ਕਹਿੰਦੇ ਵੀ ਪੂਰਬੀ ਅਫਰੀਕਾ ਦੇ ਕਿੰਨੇ ਦੇਸ਼ ਡੁੱਬ ਗਏ ਸੀ? 11 ਦੇਸ਼ ਡੁੱਬ ਗਏ ਸੀ। ਇਸ ਪੁਆਇੰਟ ਨੂੰ ਯਾਦ ਰੱਖਿਓ। ਕਹਿੰਦੇ ਹਿੰਦ ਮਹਾਸਾਗਰ ਵਿੱਚ ਆਈਆਂ ਇਹਨਾਂ ਲਹਿਰਾਂ ਵਿੱਚ 105 ਲੱਖ ਤੋਂ ਵੀ ਵੱਧ ਲੋਕ ਮਾਰੇ ਗਏ। ਕਹਿੰਦੇ ਇਸ 2004 ਵਾਲੀ ਸੁਨਾਮੀ ਬਈ ਬਹੁਤ ਖਤਰਨਾਕ ਸੀ। ਹਿੰਦ ਮਹਾਸਾਗਰ ਦੇ ਵਿੱਚ ਕੀ ਹੋਇਆ? ਕੀ ਕਹਿੰਦੇ ਆ? ਪੁਆਇੰਟ ਨੂੰ ਯਾਦ ਰੱਖਿਓ। ਹਿੰਦ ਮਹਾਸਾਗਰ ਦੇ ਵਿੱਚ ਕਹਿੰਦੇ ਕਿੰਨੇ ਜਿਹੜੀਆਂ ਲਹਿਰਾਂ ਆਈਆਂ, 105 ਲੱਖ ਲੋਕ ਮਾਰੇ ਗਏ ਸੀ। ਇਸ ਪੁਆਇੰਟ ਨੂੰ ਯਾਦ ਰੱਖਿਓ। ਉਸ ਤੋਂ ਬਾਅਦ ਇਹਦੇ ਆਪਾਂ ਬਚਾਵ ਦੀ ਗੱਲ ਕਰਦੇ ਹਾਂ। ਕਹਿੰਦੇ ਜਦੋਂ ਵੀ ਸੁਨਾਮੀ ਬਾਰੇ ਸੂਚਨਾ ਮਿਲੇ, ਸਮੁੰਦਰ ਵੱਲ ਨੂੰ ਨਹੀਂ ਜਾਣਾ ਚਾਹੀਦਾ। ਸਮੁੰਦਰ ਵਿੱਚ ਚੱਲ ਰਹੇ ਸਮੁੰਦਰੀ ਜਹਾਜ਼ ਤੇ ਬੇੜਿਆਂ ਨੂੰ ਵਾਪਸ ਬੰਦਰਗਾਹ ਤੇ ਆ ਜਾਣਾ ਚਾਹੀਦਾ ਹੈ। ਮਛੇਰਿਆਂ ਨੂੰ ਵੀ ਚਾਹੀਦਾ ਹੈ ਕਿ ਜਦ ਤੱਕ ਇਹ ਲਹਿਰਾਂ ਸ਼ਾਂਤ ਨਾ ਹੋ ਜਾਣ, ਤਦ ਤੱਕ ਸਮੁੰਦਰ ਵਿੱਚ ਨਾ ਜਾਇਆ ਜਾਵੇ। ਸੁਨਾਮੀ ਪੈਦਾ ਹੋਣ ਵਾਲੇ ਸਥਾਨ ਦੇ ਨੇੜੇ ਧਰਤੀ ਤੇ ਵਸਦੇ ਲੋਕਾਂ ਨੂੰ ਅਜਿਹੀ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਇਹ ਲਹਿਰਾਂ ਬਹੁਤ ਤੇਜ਼ੀ ਨਾਲ ਸਮੁੰਦਰ ਤੱਟ ਵੱਲ ਆ ਰਹੀਆਂ ਹੋਣ, ਤਾਂ ਤੱਟੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਉਸ ਜਗ੍ਹਾ ਛੱਡ ਕੇ ਕਿਤੇ ਦੂਰ ਚਲ ਜਾਣਾ ਚਾਹੀਦਾ ਹੈ। ਤੱਟੀ ਇਲਾਕੇ ਸਮੁੰਦਰ ਦੇ ਨੇੜੇ ਦੇ ਜਿਹੜੇ ਇਲਾਕੇ ਹੁੰਦੇ ਆ, ਠੀਕ ਆ। ਕਹਿੰਦੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੀ ਆਫਤ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਮੁਸੀਬਤ ਵਿੱਚ ਫਸੇ ਲੋਕਾਂ ਦੀ ਸਾਨੂੰ ਸਾਰਿਆਂ ਨੂੰ ਮਿਲ ਕੇ ਮਦਦ ਜਿਹੜੀ ਆ ਕਰਨੀ ਚਾਹੀਦੀ ਆ, ਠੀਕ ਆ। ਸਮਝ ਆ ਗਈ? ਠੀਕ ਆ। ਇਸ ਤੋਂ ਬਾਅਦ ਆਪਾਂ ਚੱਲਦੇ ਆ ਹੜ੍ਹਾਂ ਤੇ, ਠੀਕ ਆ। ਭੂਚਾਲ ਕਰ ਲਿਆ, ਜਵਾਲਾਮੁਖੀ ਕਰ ਲਿਆ, ਸੁਨਾਮੀ ਕਰ ਲਿਆ, ਤੇ ਹੁਣ ਆਪਾਂ ਚੱਲਦੇ ਆ ਹੜ੍ਹਾਂ ਤੇ। ਹੜ੍ਹਾਂ ਵਾਲਾ ਟੌਪਿਕ ਜਿਹੜਾ ਵਾ ਉਹ ਕੋਈ ਜ਼ਿਆਦਾ ਜਿਹੜਾ ਵਾ ਔਖਾ ਨਹੀਂ ਹੈਗਾ। ਬਸ ਤੁਸੀਂ ਕੀ ਯਾਦ ਰੱਖਣਾ ਵਾ, ਜ਼ਿਆਦਾ ਵਰਖਾ ਕਾਰਨ ਨਦੀਆਂ ਅਤੇ ਦਰਿਆ ਜਿਹੜਾ ਵਾ ਇਹ ਪਾਣੀ ਸਮਾ ਸਕਣ ਦੀ ਸਮਰੱਥਾ ਗਵਾ ਬੈਠਦੇ ਨੇ। ਮਤਲਬ ਜਦੋਂ ਲਗਾਤਾਰ ਮੀਂਹ ਪਈ ਜਾਊਗਾ, ਨਦੀਆਂ ਦਾ ਪਾਣੀ ਵੀ ਜਿਹੜਾ ਵਾ ਆਊਟ ਆਫ ਕੰਟਰੋਲ ਹੋ ਜਾਂਦਾ ਵਾ, ਜਿਹਦੀ ਵਜ੍ਹਾ ਕਰਕੇ ਜਿਹੜਾ ਵਾ ਹੜ੍ਹ ਆਉਂਦੇ ਆ। ਯਾਦ ਰੱਖਿਓ ਸਭ ਤੋਂ ਜ਼ਿਆਦਾ ਹੜ੍ਹ ਦੱਖਣੀ ਏਸ਼ੀਆ ਮਹਾਂਦੀਪ, ਸਾਡੇ ਭਾਰਤ ਦੇ ਵਿੱਚ, ਚੀਨ ਦੇ ਵਿੱਚ ਤੇ ਬੰਗਲਾਦੇਸ਼ ਵਿੱਚ ਆਉਂਦੇ ਆ। ਭਾਰਤ ਦੇ ਵਿੱਚ ਆਪਣਾ ਪੰਜਾਬ ਇਹਦੀ ਵੱਡੀ ਐਗਜ਼ਾਮਪਲ ਆ। ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਹੜ੍ਹ ਆਉਂਦੇ ਆ। ਜਿਹੜੇ ਸਾਡੇ ਹਿੱਲ ਏਰੀਆ ਵਾ ਹਨਾ, ਉੱਥੇ ਵੀ ਸਭ ਤੋਂ ਜ਼ਿਆਦਾ ਜਿਹੜੇ ਆ ਭੂਚਾਲ ਕਹੀ ਜਾਂਦੀ ਆ, ਹੜ੍ਹ ਆਉਂਦੇ ਆ, ਠੀਕ ਆ। ਇਸ ਪੁਆਇੰਟ ਨੂੰ ਤੁਸੀਂ ਨੇ ਯਾਦ ਰੱਖਣਾ, ਠੀਕ ਆ। ਸਾਡੇ
ਆ ਪਿੱਛੇ ਜੇ ਥੋੜਾ ਕੀ ਟਾਈਮ ਹੋਇਆ ਵਾ 6 ਮਹੀਨੇ ਸਾਡੇ ਆਏ ਸੀ ਨਾ ਹੜ, ਕਿੰਨਾ ਬੁਰਾ ਹਾਲ ਹੋਇਆ ਸੀ। ਆਪਾਂ ਇਹਨਾਂ ਦੇ ਬਚ ਬਚਾਅ ਦੀ ਗੱਲ ਕਰ ਲੈਂਦੇ। ਕਹਿੰਦੇ ਜਿਹੜੇ ਇਲਾਕੇ ਹੜਾਂ ਦੀ ਮਾਰ ਹੇਠ ਜ਼ਿਆਦਾ ਆਉਂਦੇ ਹਨ ਉੱਥੋਂ ਦੇ ਲੋਕਾਂ ਨੂੰ ਮੌਸਮ ਵਿਭਾਗ ਤੋਂ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਲਾਭਕਾਰੀ ਹੋ ਸਕਦੀ ਹੈ। ਜੇਕਰ ਖਤਰਾ ਜ਼ਿਆਦਾ ਹੋਵੇ ਤਾਂ ਲੋਕਾਂ ਨੂੰ ਉਸ ਸਥਾਨ ਤੋਂ ਅਸਥਾਈ ਤੌਰ ਤੇ ਛੱਡ ਕੇ ਕਿਸੇ ਹੋਰ ਸੁਰੱਖਿਅਤ ਸਥਾਨ ਤੇ ਚਲੇ ਜਾਣਾ ਚਾਹੀਦਾ ਹੈ। ਜੇਕਰ ਅਸੰਭਵ ਹੋਵੇ ਤਾਂ ਪਸ਼ੂਆਂ ਨੂੰ ਵੀ ਨਾਲ ਲੈ ਕੇ, ਮਤਲਬ ਇੰਪੋਰਟੈਂਟ, ਮਤਲਬ ਇਹ ਬਹੁਤ ਈਜ਼ੀ ਆ। ਮਤਲਬ ਇਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਇਹ ਸਾਨੂੰ ਸਾਰਿਆਂ ਨੂੰ ਪਤਾ। ਇਹ ਸਾਨੂੰ ਪੇਪਰ ਦੇ ਵਿੱਚ ਪੁੱਛਿਆ ਵੀ ਨਹੀਂ ਜਾਣਾ, ਬਸ ਤੁਸੀਂ ਇਹਨਾਂ ਪੁਆਇੰਟਸ ਨੂੰ ਯਾਦ ਰੱਖਣਾ, ਠੀਕ ਆ। ਉਸ ਤੋਂ ਬਾਅਦ ਆਪਾਂ ਜਾਂਦੇ ਆ ਚੱਕਰਵਾਤ ਤੇ। ਚੱਕਰਵਾਤ ਬਹੁਤ ਜ਼ਿਆਦਾ ਇੰਪੋਰਟੈਂਟ ਆ। ਚੱਕਰਵਾਤ ਤੇ ਜਾਂਦੇ ਆਪਾਂ। ਪਹਿਲਾਂ ਤਾਂ ਤੁਸੀਂ ਚੱਕਰਵਾਤ ਨੂੰ ਸਮਝੋ, ਕਿਉਂਕਿ ਚੱਕਰਵਾਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਨਾ ਹੋਵੇ ਤੁਹਾਨੂੰ ਪਤਾ ਨਾ ਹੋਵੇ ਵੀ ਚੱਕਰਵਾਤ ਕੀ ਆ ਤੇ ਮੈਂ ਤੁਹਾਨੂੰ ਦੱਸੀ ਜਾਵਾਂ ਵੀ ਆ ਜੀ ਕੁਦਰਤੀ ਆਫਤ ਆ। ਦੇਖੋ, ਅੰਦਰ ਘੱਟ ਵਾਯੂ ਦਾਬ ਅਤੇ ਬਾਹਰ ਵਾਯੂ ਦਾਬ ਜਦੋਂ ਹੁੰਦਾ ਵਾ ਉਦੋਂ ਉਹਨੂੰ ਕੀ ਕਹਿੰਦੇ ਆ? ਚੱਕਰਵਾਤ। ਜਿਵੇਂ ਪੌਣਾ ਬਾਹਰਲੇ ਵਾਯੂ ਦਾਬ ਤੋਂ ਅੰਦਰਲੇ ਘੱਟ ਵਾਯੂ ਦਾਬ ਵੱਲ ਚੱਲਦੀਆਂ ਹਨ। ਮੈਂ ਦੁਬਾਰਾ ਕਰਵਾ ਰਹੀ ਹਾਂ, ਮੈਂ ਸੀਟੈਟ ਵਾਸਤੇ ਪਹਿਲਾਂ ਵੀ ਕਰਵਾਇਆ ਸੀ ਇਹ ਟੌਪਿਕ, ਠੀਕ ਆ। ਮੰਨ ਲਓ ਅੰਦਰ ਘੱਟ ਵਾਯੂ ਦਾਬ ਆ ਤੇ ਬਾਹਰ ਜ਼ਿਆਦੇ ਆ, ਠੀਕ ਆ। ਜਾਨੀ ਕਿ ਜਿਹੜੀਆਂ ਪੌਣਾ ਵਾ ਉਹ ਕਿੱਦਾਂ ਚੱਲਣਗੀਆਂ? ਅੰਦਰ ਤੋਂ ਬਾਹਰ ਵੱਲ ਚੱਲਣਗੀਆਂ। ਕੀ ਕਹਿੰਦੇ? ਪੌਣਾ ਬਾਹਰਲੇ ਵਾਯੂ ਦਾਬ ਤੋਂ ਅੰਦਰਲੇ ਘੱਟ ਵਾਯੂ ਦਾਬ ਵੱਲ, ਠੀਕ ਆ। ਜਾਨੀ ਕਿ ਪੌਣਾ ਜਿਹੜੀਆਂ ਵਾ ਬਾਹਰ ਤੋਂ ਅੰਦਰ ਨੂੰ ਇਸ ਤਰੀਕੇ ਦੇ ਨਾਲ ਚੱਲਣਗੀਆਂ, ਇਸ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ। ਸਮਝ ਲੱਗੀ? ਕਹਿੰਦੇ ਉੱਤਰੀ ਅਰਧ ਗੋਲੇ ਵਿੱਚ ਖੱਬਾ ਗੇੜ ਅਤੇ ਦੱਖਣੀ ਅਰਧ ਗੋਲੇ ਵਿੱਚ ਸੱਜਾ ਗੇੜ ਹੁੰਦਾ ਹੈ। ਮੈਂ ਤੁਹਾਨੂੰ ਬਹੁਤ ਵਾਰੀ ਇਹ ਟੌਪਿਕ ਕਰਵਾ ਚੁੱਕੀ ਆ। ਆ ਸਾਡਾ ਉੱਤਰੀ ਗੋਲਾਰਧ ਆ, ਆ ਸਾਡਾ ਦੱਖਣੀ ਗੋਲਾਰਧ ਆ। ਇਹ ਦੋਨੋਂ ਹੀ ਇੱਕ ਦੂਜੇ ਤੋਂ ਆਪੋਜ਼ਿਟ ਆ। ਜੇ ਇੱਥੇ ਗਰਮੀ ਆ ਤੇ ਇੱਥੇ ਸਰਦੀ ਆ, ਇੱਥੇ ਮੀਂਹ ਪੈ ਰਿਹਾ ਤੇ ਇੱਥੇ ਨਹੀਂ ਪੈ ਰਿਹਾ, ਠੀਕ ਆ। ਕੀ ਕਹਿੰਦੇ? ਕਹਿੰਦੇ ਉੱਤਰੀ ਗੋਲੇ ਅਰਧ ਵਿੱਚ ਖੱਬਾ ਗੇੜ। ਖੱਬਾ ਗੇੜ ਮਤਲਬ ਵੀ ਇੱਥੇ ਹਵਾ ਜਿਹੜੀ ਆ ਕਿੱਦਾਂ ਚੱਲ ਰਹੀ ਹੋਊਗੀ? ਜਿਹੜੀ ਚੱਕਰਵਾਤ ਆ ਉੱਤਰੀ ਅਰਧ ਗੋਲੇ ਵਿੱਚ ਬਾਹਰ ਤੋਂ ਏਦਾਂ ਚੱਲ ਰਹੀ ਹੋਊਗੀ ਅੰਦਰ ਨੂੰ, ਤੇ ਜਦੋਂ ਅਸੀਂ ਦੱਖਣੀ ਦੀ ਗੱਲ ਕਰਾਂਗੇ ਇਹ ਅੰਦਰ ਤੋਂ ਬਾਹਰ ਵੱਲ ਚੱਲ ਰਹੀ ਹੋਊਗੀ। ਯਾਨੀ ਕਿ ਤੁਸੀਂ ਬਿਲਕੁਲ ਆਪੋਜ਼ਿਟ ਮੰਨ ਕੇ ਚੱਲਣਾ। ਯਾਨੀ ਕਿ ਦੱਖਣੀ ਅਰਧ ਗੋਲੇ ਵਿੱਚ ਸੱਜਾ ਗੇੜ ਹੋਊਗਾ ਤੇ ਉੱਤਰੀ ਅਰਧ ਗੋਲੇ ਵਿੱਚ ਖੱਬਾ ਗੇੜ ਹੋਊਗਾ। ਇਹ ਤੁਸੀਂ ਯਾਦ ਰੱਖਿਓ। ਜੇ ਉੱਤਰੀ ਅਰਧ ਗੋਲੇ ਵਿੱਚ ਖੱਬਾ ਵਾ ਤੇ ਦੱਖਣੀ ਅਰਧ ਗੋਲੇ ਵਿੱਚ ਸੱਜਾ ਵਾ, ਮਤਲਬ ਕਲੌਕਵਾਈਜ਼, ਤੇ ਉੱਤਰੀ ਅਰਧ ਗੋਲੇ ਵਿੱਚ ਐਂਟੀ ਕਲੌਕਵਾਈਜ਼, ਠੀਕ ਹੈ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ। ਕਹਿੰਦੇ ਇਹਨਾਂ ਨਾਲ ਯੂਰਪੀ ਦੇਸ਼ਾਂ ਵਿੱਚ ਬਹੁਤ ਵਰਖਾ ਹੁੰਦੀ ਆ, ਕਿਉਂਕਿ ਇੱਕ ਤਾਂ ਹੁੰਦੀ ਆ ਵੀ ਜਦੋਂ ਮਾਨਸੂਨ ਆਉਂਦੀ ਉਦੋਂ ਵਰਖਾ ਹੁੰਦੀ ਆ। ਆ ਜਿਹੜਾ ਸਾਡੇ ਹੁਣ ਮੀਂਹ ਪਿਆ ਨਾ ਸਾਡੇ, ਇਹ ਕਿਹਦੇ ਨਾਲ ਪਿਆ ਵਾ? ਬਹੁਤ ਵੱਡੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ। ਚੱਕਰਵਾਤ ਦੇ ਕਾਰਨ ਆਹ ਵਾਲਾ ਮੀਂਹ ਪਿਆ ਜਿਹੜਾ ਸਾਡੇ ਹੁਣ ਪਿਆ। ਜਿਹੜੀ ਗੜੇਮਾਰੀ ਹੋਈ ਆ ਇਹ ਚੱਕਰਵਾਤਾਂ ਦੇ ਕਾਰਨ ਹੀ ਹੋਈ ਆ, ਕਿਉਂਕਿ ਭਾਰਤ ਦੇ ਉੱਤਰ ਪੱਛਮੀ ਹਿੱਸੇ ਵਿੱਚ ਵੀ ਇਹਨਾਂ ਚੱਕਰਵਾਤਾਂ ਕਾਰਨ ਵਰਖਾ ਹੁੰਦੀ ਆ, ਤੇ ਇਹਨਾਂ ਚੱਕਰਵਾਤਾਂ ਕਾਰਨ ਹੀ ਜਿਹੜਾ ਸਾਡੇ ਹੁਣ ਮੀਂਹ ਪਿਆ ਵਾ, ਇਹ ਜਿਹੜਾ ਮੀਂਹ ਜਿਹੜਾ ਵਾ ਇਸੇ ਕਾਰਨ ਹੀ ਪਿਆ ਵਾ। ਇਸ ਦੀ ਬਚਾਵ ਦੀ ਗੱਲ ਕਰ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਪੰਜਾਬ ਬੋਰਡ ਤੋਂ ਵੀ ਰੀਡ ਕਰ ਲੈਂਦੇ ਆ। ਇਹ ਕੀ ਕਹਿੰਦੇ ਆ? ਕਹਿੰਦੇ ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਯਾਦ ਰੱਖਿਓ, ਚੱਕਰਵਾਤ ਹਵਾ ਦੇ ਘੱਟ ਦਬਾਅ ਕਰਕੇ ਪੈਦਾ ਹੁੰਦੇ ਹਨ। ਜ਼ਿਆਦਾਤਰ ਚੱਕਰਵਾਤ ਭੂ ਮੱਧ ਰੇਖਾ ਤੋਂ 5 ਡਿਗਰੀ ਤੋਂ 20 ਡਿਗਰੀ ਉੱਤਰ ਅਤੇ ਦੱਖਣ ਵਿੱਚ ਪੈਦਾ ਹੁੰਦੇ ਹਨ। ਇਹਨਾਂ ਚੱਕਰਵਾਤਾਂ ਨੂੰ ਊਸ਼ਣ ਚੱਕਰਵਾਤ, ਟ੍ਰੋਪੀਕਲ ਸਾਈਕਲੋਨ ਵੀ ਕਿਹਾ ਜਾਂਦਾ ਹੈ। ਜਦੋਂ ਇਹਨਾਂ ਚੱਕਰਵਾਤਾਂ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਵੱਧ ਜਾਂਦੀ ਹੈ ਤਾਂ ਇਹ ਆਫਤ ਦਾ ਰੂਪ ਧਾਰਨ ਕਰ ਲੈਂਦੇ ਹਨ। ਮਤਲਬ ਕੀ ਕਹਿੰਦੇ ਵੀ ਜਿਹੜੇ ਚੱਕਰਵਾਤ ਆ ਇਹਨਾਂ ਦੀ ਆਮ ਜਿਹੜੀ ਰਫ਼ਤਾਰ ਆ ਉਹ ਕਿੰਨੀ ਹੁੰਦੀ ਹੈ? 63 ਕਿਲੋਮੀਟਰ ਪ੍ਰਤੀ ਘੰਟਾ। ਪਰ ਜਦੋਂ 100 ਦੀ ਰਫ਼ਤਾਰ ਤੇ ਚੱਲ ਜਾਂਦੇ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ, ਫਿਰ ਇਹ ਤੂਫਾਨ ਲਿਆਉਂਦੇ ਆ। ਇਸ ਪੁਆਇੰਟ ਨੂੰ ਯਾਦ ਰੱਖਿਓ। ਫਿਰ ਇਹ ਕਹਿੰਦੇ ਆ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਖੰਭੇ ਉਖੜ ਕੇ ਡਿੱਗ ਜਾਂਦੇ ਹਨ। ਦਰਖਤ ਜੜ੍ਹਾਂ ਤੋਂ ਉਖੜ ਕੇ ਸੜਕ ਤੇ ਆਵਾਜਾਈ ਰੋਕ ਦਿੰਦੇ ਹਨ। ਕੱਚੇ ਮਕਾਨ, ਘਾਹ ਫੂਸ, ਮਿੱਟੀ ਦੇ ਬਣੇ ਘਰ ਅਤੇ ਹੋਰ ਕਮਜ਼ੋਰ ਇਮਾਰਤਾਂ ਭਾਰੀ ਨੁਕਸਾਨ ਕਰਦੀਆਂ ਹਨ। ਠੀਕ ਆ ਨਾ। ਕਹਿੰਦੇ ਸੰਸਾਰ ਵਿੱਚ ਇਹਨਾਂ ਚੱਕਰਵਾਤਾਂ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਹਰੀਕੇਨ ਨਿਕਲ ਆਏ ਨਾ। ਪੁਆਇੰਟ ਕਿੰਨੇ ਜ਼ਿਆਦਾ ਇੰਪੋਰਟੈਂਟ। ਠੀਕ ਹੈ, ਇਹਨੂੰ ਮੈਂ ਤੁਹਾਨੂੰ ਲਿਖਾਉਣ ਦੀ ਕੋਸ਼ਿਸ਼ ਕਰਦੀ ਆ।
ਠੀਕ ਹੈ। ਇਹ ਜਿਹੜੇ ਚੱਕਰਵਾਤ ਆ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਨਾਮ ਦੇ ਨਾਲ ਜਾਣਿਆ ਜਾਂਦਾ ਵਾ। ਜੇਕਰ ਆਪਾਂ ਗੱਲ ਕਰੀਏ ਉੱਤਰੀ ਅਮਰੀਕਾ ਦੇ ਵਿੱਚ, ਠੀਕ ਹੈ, ਬਸ ਮੇਰਾ ਆਹੀ ਮੇਨ ਮਕਸਦ ਹੁੰਦਾ ਵਾ ਮਗਰੋਂ ਵੀ ਚੈਪਟਰ ਰੀਡ ਕਰਨ ਦਾ। ਉੱਤਰੀ ਅਮਰੀਕਾ ਦੇ ਵਿੱਚ ਇਹਨਾਂ ਚੱਕਰਾਂ ਨੂੰ ਕੀ ਕਹਿੰਦੇ ਆ? ਹਰੀਕੇਨ, ਠੀਕ ਹੈ। ਫਿਰ ਇਹ ਕਹਿੰਦੇ ਆ ਦੱਖਣੀ ਪੂਰਬੀ ਏਸ਼ੀਆ, ਠੀਕ ਹੈ, ਦੱਖਣੀ ਪੂਰਬੀ ਏਸ਼ੀਆ, ਦੱਖਣੀ ਪੂਰਬੀ ਏਸ਼ੀਆ, ਠੀਕ ਹੈ। ਇਹਦੇ ਵਿੱਚ ਕੀ ਕਹਿੰਦੇ ਆ? ਟਾਈਫੂਨ, ਠੀਕ ਹੈ, ਟਾਈਫੂਨ। ਇਸ ਤਰੀਕੇ ਦੇ ਨਾਲ ਜਿਵੇਂ ਵੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਯਾਦ ਰੱਖ ਲਿਓ। ਤੇ ਭਾਰਤ ਵਿੱਚ ਆਪਾਂ ਇਹਨਾਂ ਨੂੰ ਕੀ ਕਹਿ ਦਿੰਨੇ ਆ? ਝੱਖੜ। ਭਾਰਤ ਵਿੱਚ ਆਪਾਂ ਇਹਨਾਂ ਨੂੰ ਝੱਖੜ ਕਹਿ ਦਿੰਨੇ ਆ। ਤੇ ਝੱਖੜ ਨੂੰ ਅੰਗਰੇਜ਼ੀ ਦੇ ਵਿੱਚ ਫਿਰ ਕੀ ਕਹਿੰਦੇ ਆ? ਸਟੋਮ, ਠੀਕ ਆ, ਸਟੋਮਸ। ਆਹ 3 ਪੁਆਇੰਟ ਜ਼ਰੂਰ ਯਾਦ ਰੱਖਿਓ। ਵਾਵਰੋਲਾ ਵੀ ਕਹਿ ਦਿੰਨੇ ਆ ਆਪਾਂ, ਤੇ ਵਾਵਰੋਲਾ ਵੀ ਕਹਿ ਦਿੰਨੇ ਆ ਵੀ ਵਾਵਰੋਲਾ ਆ ਗਿਆ, ਹਨਾ, ਉਹ ਚੀਜ਼। ਇਹ ਹੁੰਦੇ ਆ ਚੱਕਰਵਾਤ, ਠੀਕ ਆ। ਇੰਝ ਗੋਲ ਗੋਲ ਨਹੀਂ ਘੁੰਮਣ ਦਿੰਦੇ। ਆ ਜਦੋਂ ਹੁਣ ਸਾਡੀਆਂ ਕਣਕਾਂ ਪੱਕਣੀਆਂ, ਕਣਕਾਂ ਪੱਕਣ ਤੇ ਵੀ ਕਈ ਵਾਰੀ ਮੀਂਹ ਪੈ ਜਾਂਦਾ, ਉਹ ਸਾਰਾ ਚੱਕਰਵਾਤੀ ਵਰਖਾ ਹੁੰਦੀ ਆ। ਕਿਉਂਕਿ ਉਹ ਗੋਲ ਜਿਹੜਾ ਸਾਡਾ ਕੀ ਨਾੜ ਹੁੰਦਾ, ਜਿਹੜਾ ਗੋਲ ਘੁੰਮ ਕੇ, ਹਨਾ, ਕਿੰਨਾ ਤੂੜੀ ਤੰਦ ਕਿੰਨਾ ਕੁਝ ਇਕੱਠਾ ਹੋ ਕੇ ਚੱਕਰਵਾਤੀ ਹਵਾਵਾਂ ਦੇ ਨਾਲ ਜਿਹੜਾ ਵਾ ਘਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਵਾ, ਹਨਾ, ਉਹ ਚੀਜ਼ ਸਾਰੀ, ਠੀਕ ਆ। ਇਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਆ ਜਾਂਦਾ ਵਾ ਭੂਮੀ ਅਤੇ ਬਰਫ਼ ਤੋਂਦਿਆਂ ਦਾ ਖਿਸਕਣਾ। ਅਗਲੇ ਪੁਆਇੰਟ ਤੇ ਜਾਂਦੇ ਆ। ਬਈ ਆਹ ਪੁਆਇੰਟ ਬਹੁਤ ਹੀ ਜ਼ਿਆਦਾ ਈਜ਼ੀ ਨੇ, ਮੈਂ ਵੈਸੇ ਹੀ ਬੋਲ ਦਿੰਨੀ ਆ। ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭੂਮੀ ਕਿਉਂ ਖਿਸਕਦੀ ਆ। ਇਹ ਟੌਪਿਕ ਮੈਂ NCERT ਦੇ ਵਿੱਚੋਂ ਵੀ ਕਰਵਾਇਆ, ਹੁਣ ਵੀ ਮੈਂ ਐਵੇਂ ਹੀ ਕਰਵਾ ਰਹੀ ਆ, ਠੀਕ ਆ। ਜਦੋਂ ਮੈਂ ਤੁਹਾਨੂੰ CTET ਦੇ ਪੇਪਰ ਲਈ ਕਰਵਾਇਆ ਸੀ, ਮੈਂ ਤੁਹਾਨੂੰ ਉਹਦਾ ਦੱਸਿਆ ਸੀਗਾ ਭੂਮੀ ਭੂਸਖਲਨ, ਭੂਮੀ ਭੂਸਖਲਨ, ਮੈਂ ਇਸ ਤਰ੍ਹਾਂ ਟੌਪਿਕ ਕਰਵਾਇਆ ਸੀਗਾ, ਠੀਕ ਆ। ਤੇ ਉਹ ਮਤਲਬ ਮੈਂ 2 ਵਾਰੀ ਇਹ ਟੌਪਿਕ ਜਿਹੜਾ ਵਾ ਰਿਪੀਟ ਹੋ ਰਿਹਾ ਆਪਣਾ ਇਹ ਪੰਜਾਬੀ ਦੇ ਵਿੱਚ, ਠੀਕ ਆ। ਕਿਉਂਕਿ ਤੁਸੀਂ ਕਿਹਾ ਸੀ ਕਿ ਦੁਬਾਰਾ ਕਰਵਾ ਦਿਓ। ਹੁਣ ਆਪਣਾ ਮੇਨ ਫੋਕਸ ਸਿਰਫ ਆਪਣਾ PSTET ਤੇ ਆ, ਠੀਕ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਭੂਮੀ ਕਦੋਂ ਖਿਸਕਦੀ ਆ। ਵੇਖੋ ਜਦੋਂ ਤੇਜ਼ ਬਾਰਿਸ਼ ਆਉਂਦੀ ਆ, ਇੱਕ ਚੀਜ਼ ਯਾਦ ਰੱਖਿਓ, ਜਿਹੜੇ ਰੁੱਖ ਆ ਨਾ ਇਹ ਭੂਮੀ ਨੂੰ ਬਣਾਈ ਰੱਖਦੇ ਆ ਇਕਜੁੱਟ। ਜਿਸ ਇਲਾਕੇ ਤੇ ਹੁਣ ਵੇਖੋ ਦਰਿਆਵਾਂ ਨਦੀਆਂ ਦੇ ਕੰਢੇ ਜ਼ਿਆਦਾ ਰੁੱਖ ਕਿਉਂ ਲਗਾਏ ਜਾਂਦੇ? ਕਿਉਂਕਿ ਭੂਮੀ ਨੂੰ ਖਿਸਕਣ ਤੋਂ ਬਚਾਇਆ ਜਾਵੇ। ਹੁਣ ਸਾਡੇ ਹੜ੍ਹ ਆਏ ਆ, ਹੁਣ ਜਿਵੇਂ ਜ਼ਿਆਦਾ ਮੀਂਹ ਪੈਂਦੇ ਸੜਕਾਂ ਪਾੜ ਜਾਂਦੀਆਂ, ਭੂਮੀ ਖਿਸਕ ਜਾਂਦੀ ਆ ਥੱਲਿਓਂ, ਇਸੇ ਕਰਕੇ ਤਾਂ ਸੜਕਾਂ ਪਾੜ ਜਾਂਦੀਆਂ ਨਾ, ਸੜਕਾਂ ਦੇ ਵਿੱਚ ਦਰਾੜਾਂ ਪੈ ਜਾਂਦੀਆਂ, ਠੀਕ ਆ। ਭੂਮੀ ਦੇ ਖਿਸਕਣ ਦਾ ਮਤਲਬ ਚਟਾਨਾਂ, ਮਿੱਟੀ ਅਤੇ ਭੂਮੀ ਦਾ ਢਲਾਣ ਤੋਂ ਹੇਠਾਂ ਵੱਲ ਗੁਰਤਾ ਸ਼ਕਤੀ ਦੇ ਅਧੀਨ ਆਉਣਾ। ਇਸ ਵਿੱਚ ਭੂਮੀ ਇੱਕਦਮ ਅਤੇ ਤੇਜ਼ੀ ਨਾਲ ਹੇਠਾਂ ਨੂੰ ਖਿਸਕਦੀ ਆ। ਜਦੋਂ ਪਹਾੜ ਦੀ ਢਲਾਣ ਜ਼ਿਆਦਾ ਹੋਵੇ ਤਾਂ ਭੂਮੀ ਦਾ ਹੇਠਾਂ ਨੂੰ ਖਿਸਕਣਾ ਹੋਰ ਵੀ ਤੇਜ਼ ਹੋ ਜਾਂਦਾ। ਕਹਿੰਦੇ ਧਰਤੀ ਦੇ ਅੰਦਰਲੀ ਹਿਲਜੁਲ, ਤੇਜ਼ ਬਾਰਿਸ਼ ਦਾ ਹੋਣਾ, ਜਵਾਲਾਮੁਖੀ ਕਿਰਿਆ, ਭੂਚਾਲ ਜਾਂ ਖਾਣਾ ਦਾ ਪੁੱਟਣਾ ਆਦਿ ਭੂਮੀ ਦੇ ਖਿਸਕਣ ਦੇ ਮੁੱਖ ਕਾਰਨ ਆ। ਬਹੁਤ ਈਜ਼ੀ ਆ। ਕਹਿੰਦੇ ਇਸ ਦੀ ਲਪੇਟ ਵਿੱਚ ਆਉਣ ਵਾਲੀਆਂ ਮੋਟਰ ਗੱਡੀਆਂ, ਪਸ਼ੂ, ਮਨੁੱਖ ਨੁਕਸਾਨ ਜਿਹੜਾ ਹੋ ਸਕਦਾ ਹੇਠਾਂ ਨੂੰ ਧੱਸੇ ਜਾ ਸਕਦੇ ਆ, ਠੀਕ ਹੈ। ਬਚਾਵ ਕੀ ਹੋ ਸਕਦੇ ਆ ਕਿ ਜਿਹੜੇ ਇਲਾਕਿਆਂ ਵਿੱਚ ਭੂਮੀ ਖਿਸਕਣ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਪਛਾਣ ਕਰਕੇ ਉੱਥੇ ਘਰ ਜਾਂ ਇਮਾਰਤਾਂ ਨਹੀਂ ਸਾਰਨੀਆਂ ਚਾਹੀਦੀਆਂ। ਨੰਗੀਆਂ ਢਲਾਣਾਂ ਤੇ ਭੂਮੀ ਖਿਸਕਣ ਜ਼ਿਆਦਾ ਹੁੰਦਾ ਹੈ, ਇਸ ਕਰਕੇ ਜੰਗਲਾਂ ਦੀ ਕਟਾਈ ਨਾ ਕੀਤੀ ਜਾਵੇ। ਢਲਾਣਾਂ ਕਿਉਂਕਿ ਰੁੱਖ ਮੈਂ ਤੁਹਾਨੂੰ ਦੱਸਿਆ ਵਾ ਭੂਮੀ ਉੱਥੇ ਹੀ ਜ਼ਿਆਦਾ ਖਿਸਕੂਗੀ ਜਿੱਥੇ ਰੁੱਖ ਨਹੀਂ ਹੈਗੇ, ਠੀਕ ਆ। ਉਸ ਤੋਂ ਬਾਅਦ ਆਪਾਂ ਜਾਂਦੇ ਹਾਂ ਬਰਫ਼ ਦੇ ਤੋਂਦਿਆਂ ਦਾ ਖਿਸਕਣਾ। ਬਹੁਤ ਈਜ਼ੀ ਆ, ਔਖਾ ਨਹੀਂ ਆ। ਜੇ ਔਖਾ ਹੁੰਦਾ ਤੇ ਮੈਂ ਤੁਹਾਨੂੰ ਜ਼ਰੂਰ ਇੱਥੇ ਲਿਖ ਕੇ ਸਮਝਾਉਂਦੀ, ਠੀਕ ਹੈ। ਕਿਉਂਕਿ ਇੱਥੋਂ ਅੱਜ ਤੱਕ ਸਾਨੂੰ ਕੁਐਸਚਨ ਪੁੱਛੇ ਵੀ ਨਹੀਂ ਗਏ, ਪਰ ਆਪਣਾ ਮੇਨ ਮਕਸਦ ਆ ਵੀ ਕੱਲਾ ਚੈਪਟਰ ਰੀਡ ਕਰਨਾ, ਪੰਜਾਬ ਬੋਰਡ ਤੋਂ ਵੀ ਤੇ NCERT ਤੋਂ ਵੀ। ਪਹਾੜਾਂ ਦੀਆਂ ਢਲਾਣਾਂ ਤੋਂ ਬਰਫ਼ ਦਾ ਖਿਸਕਣਾ ਵੀ ਮਨੁੱਖ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਤੇ ਰੁਕਾਵਟਾਂ ਖੜੀਆਂ ਕਰ ਦਿੰਦਾ ਹੈ। ਇਸ ਨਾਲ ਸੜਕਾਂ, ਇਮਾਰਤਾਂ, ਮੋਟਰ ਗੱਡੀਆਂ ਆਦਿ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਜਦੋਂ ਗਲੇਸ਼ੀਅਰਾਂ ਤੋਂ ਬਰਫ਼ ਖੁਰ ਕੇ ਹਮੇਸ਼ਾ ਸੜਕਾਂ ਤੇ ਆ ਜਾਂਦੀ ਆ, ਉਹ ਕੀ ਹੁੰਦਾ ਵਾ? ਬਰਫ਼ ਦੇ ਤੋਂਦਿਆਂ ਦਾ ਖਿਸਕਣਾ। ਬਸ ਬਚਾਵ ਜਿਹੜਾ ਵਾ ਉਹ ਕੋਈ ਸਾਡੇ ਲਈ ਜ਼ਰੂਰੀ ਨਹੀਂ ਹੈਗਾ। ਉਸ ਤੋਂ ਬਾਅਦ ਸੋਕੇ ਤੇ ਆ ਜਾਂਦੇ ਆ। ਅਗਲਾ ਸਾਡਾ ਹੈਗਾ ਵਾ ਸੋਕਾ। ਸੋਕਾ ਵੀ ਵੈਸੇ ਸੁਣ ਲਓ ਕਿ ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਕਹਿੰਦੇ ਸੋਕੇ ਦਾ ਅਰਥ ਫਸਲਾਂ, ਪਸ਼ੂ ਅਤੇ ਮਨੁੱਖਾਂ ਲਈ ਲੋੜੀਂਦੇ ਪਾਣੀ ਸਾਧਨ ਦੀ ਘਾਟ ਹੋ ਜਾਣਾ। ਸੰਸਾਰ ਦੇ ਬਹੁਤ ਸਾਰੇ ਭਾਗ ਅਜਿਹੇ ਹਨ ਜਿੱਥੇ ਦਰਿਆਵਾਂ, ਨਦੀਆਂ ਅਤੇ ਜ਼ਮੀਨੀ ਪਾਣੀ ਦੀ ਕਿੱਲਤ ਹੈ, ਮਤਲਬ ਘਾਟ ਆ। ਇਹ ਇਲਾਕੇ ਸਿਰਫ ਬਾਰਿਸ਼ ਤੇ ਹੀ ਨਿਰਭਰ ਹੁੰਦੇ ਹਨ। ਜੇਕਰ ਬਾਰਿਸ਼ਾਂ ਨਾ ਹੋਣ ਤਾਂ ਉਸ ਇਲਾਕੇ ਨੂੰ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਤੀ ਵਿਚਲੀ ਨਮੀ ਖਤਮ ਹੋ ਜਾਣ ਕਰਕੇ ਫਸਲਾਂ ਦੀ ਪੈਦਾਵਾਰ ਵੀ ਨਹੀਂ ਹੁੰਦੀ।
ਪਸ਼ੂ ਭੁੱਖੇ ਮਰਨ ਲੱਗਦੇ ਹਨ। ਕਈ ਵਾਰ ਕਿਸਾਨ ਵੀ ਅਜਿਹੀ ਆਫਤ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਦੇ ਰਾਹ ਤੇ ਪੈ ਜਾਂਦੇ ਹਨ। ਸੋਕੇ ਤੇ ਬਚ ਬਚਾਵ ਤੋਂ ਆਜੋ। ਠੀਕ ਆ, ਬਚ ਬਚਾਵ ਆਪਾਂ ਠੀਕ ਆ ਕੋਈ ਇੰਪੋਰਟੈਂਟ ਨਹੀਂ ਆ, ਫਿਰ ਵੀ ਮੈਂ 1-2 ਪੁਆਇੰਟ ਬੋਲ ਲੈਣੀ ਆ, ਤੁਸੀਂ ਸੁਣ ਲਿਓ। ਕਹਿੰਦੇ ਸੋਕੇ ਤੋਂ ਬਚਣ ਲਈ, ਸੋਕੇ ਤੋਂ ਕਿਵੇਂ ਬਚਾਂਗੇ? ਸੋਕੇ ਤੋਂ ਬਚਣ ਲਈ ਸਾਨੂੰ ਪਾਣੀ ਦੀ ਲੋੜ ਪਊਗੀ। ਜੇਕਰ ਅਸੀਂ ਪਾਣੀ ਨੂੰ ਸ਼ੁਰੂ ਤੋਂ ਹੀ ਬੜੀ ਸਾਂਭ ਸੰਭਾਲ ਦੇ ਨਾਲ ਵਰਤਾਂਗੇ ਤਾਂ ਅਸੀਂ ਸੋਕੇ ਦਾ ਸਾਹਮਣਾ ਨਹੀਂ ਕਰ ਸਕਦੇ। ਕਹਿੰਦੇ ਸੋਕਾ ਗ੍ਰਸਤ ਇਲਾਕੇ ਵਿੱਚ ਦਰਖਤ ਜ਼ਿਆਦਾ ਲਗਾਏ ਜਾਣੇ ਚਾਹੀਦੇ ਹਨ। ਜਿੱਥੇ ਜ਼ਿਆਦਾ ਦਰਖਤ ਹੋਣਗੇ ਉੱਥੇ ਜ਼ਿਆਦਾ ਵਰਖਾ ਹੋਊਗੀ। ਫੋਰ ਐਗਜ਼ਾਮਪਲ ਰਾਜਸਥਾਨ, ਉੱਥੇ ਰੁੱਖ ਘੱਟ ਆ ਕਿਉਂਕਿ ਉੱਥੇ ਤਾਂ ਹੀ ਤਾਂ ਉੱਥੇ ਕਾਰਨ ਆ ਵੀ ਉੱਥੇ ਸੋਕਾ ਵਾ। ਠੀਕ ਆ, ਸੋਕਾ ਗ੍ਰਸਤ ਇਲਾਕੇ ਵਿੱਚ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਜਿਵੇਂ ਮੱਕੀ, ਬਾਜਰਾ, ਕਹਿੰਦੇ ਸੋਕੇ ਵਾਲੇ ਇਲਾਕੇ ਆ ਉੱਥੇ ਏਦਾਂ ਦੀਆਂ ਫਸਲਾਂ ਬੀਜ ਲੈਣੀਆਂ ਚਾਹੀਦੀਆਂ ਵਾ ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੋਵੇ। ਸੋ ਕੁਝ ਸਰਕਾਰ ਵੱਲੋਂ ਜਿਹੜੇ ਆ ਉਪਰਾਲੇ ਕਰਨੇ ਚਾਹੀਦੇ ਆ। ਸੋ ਇਹ ਸੀ ਸਾਰੀਆਂ ਕੁਦਰਤੀ ਆਫਤਾਂ। ਠੀਕ ਆ, ਜਿਹੜਾ ਮੈਂ ਤੁਹਾਨੂੰ ਟੌਪਿਕ ਕਰਵਾਇਆ ਨਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਇਹ ਕੁਦਰਤੀ ਆਫਤਾਂ ਵਾਲਾ ਟੌਪਿਕ ਬਹੁਤ ਸਾਰੇ ਟੌਪਿਕ ਕਵਰ ਕਰਦਾ। ਇਹਦੇ ਵਿੱਚ ਸਾਡਾ ਭੂਚਾਲ ਆਉਂਦਾ। ਠੀਕ ਆ, ਫਿਰ ਇਹਦੇ ਵਿੱਚ ਸਾਡੇ ਜਵਾਲਾਮੁਖੀ ਆਉਂਦੇ ਆ। ਠੀਕ ਆ, ਫਿਰ ਇਹਦੇ ਵਿੱਚ ਸਾਡੇ ਜਵਾਰ ਭਾਟੇ ਆਉਂਦੇ ਆ। ਫਿਰ ਇਹਦੇ ਵਿੱਚ ਸਾਡੇ ਚੱਕਰਵਾਤ ਆਉਂਦੇ ਆ। ਤੇ ਇਹ ਸਾਰੇ ਆਹ ਵਾਲੇ ਟੌਪਿਕ ਜਿਹੜੇ ਆ ਇਹ ਸਾਡੀ 7ਵੀਂ ਕਲਾਸ ਦੀ ਜਿਓਗ੍ਰਾਫੀ NCERT ਦੇ ਵਿੱਚ ਚੈਪਟਰ ਹੈਗੇ ਆ ਜਿਹੜੇ ਕਿ ਮੈਂ ਆਲਰੇਡੀ ਕਰਵਾ ਚੁੱਕੀ ਆ। ਪੂਰੀ ਦੀ ਪੂਰੀ ਪਲੇਲਿਸਟ ਇਸੇ ਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕੀਤੀ ਪਈ ਆ, ਜਰੂਰ ਚੈੱਕ ਕਰ ਲਿਓ। NCERT ਵੀ ਨਹੀਂ ਛੱਡਣੀ। ਹੋਪ ਸੋ ਤੁਹਾਨੂੰ ਵੀਡੀਓ ਲੱਗੀ ਹੋਊਗੀ ਬਹੁਤ ਵਧੀਆ, ਬਹੁਤ ਮਿਹਨਤ ਲੱਗਦੀ ਆ। ਪਲੀਜ਼ ਕਲਾਸ ਨੂੰ ਤੁਸੀਂ ਜਰੂਰ ਸ਼ੇਅਰ ਕਰਦਿਆ ਕਰੋ, ਕਮੈਂਟ ਕਰਕੇ ਦੱਸਿਓ ਕਲਾਸ ਕਿਵੇਂ ਲੱਗੀ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਕਰਾਂਗੇ ਅਗਲੀਆਂ ਮਨੁੱਖੀ ਆਫਤਾਂ। ਹੁਣ ਆਪਾਂ ਕੀਤੀਆਂ ਕੁਦਰਤੀ ਆਫਤਾਂ, ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਮਨੁੱਖੀ ਆਫਤਾਂ ਜਿਹੜੀਆਂ ਮਨੁੱਖਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਵਾ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।